ਆਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਨਾਨਕ ਉਪਦੇਸ਼ ਮਹਿ ਮਾਇਆ ਕਹੋ ਜੇ ਕੂਰਾ ਪਨ ਤਿਸ ਬਿਨ ਵਿਵਹਾਰ ਜੇ ਹੋਤ ਨਹੀਂ ਕੋ ਪੂਰਾ। ਸ੍ਰੀ ਨਾਨਕ ਉਪਦੇਸ਼ ਮਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ ਲਾਹੇ ਲੈ ਰਹੇ ਹੋ। ਗੁਰੂ ਸਾਹਿਬ ਜੀ ਦੇ ਹਜ਼ੂਰ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ। ਗੁਰਬਾਣੀ ਪੜ੍ਹ ਸੁਣ ਕੇ ਲਾਹੇ ਲਏ ਹੈ। ਸਤਿਗੁਰੂ ਜੀ ਦੀ ਧੁਰ ਕੀ ਬਾਣੀ ਸੋ ਦਰ ਰਹਿ ਰਾਜ ਸਾਹਿਬ ਦੇ ਜਾਪ ਹੋਏ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੋਈ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਤਿਗੁਰੂ ਜੀ ਨੇ ਨਿਹਾਲ ਕੀਤਾ ਹੈ। ਸੋ ਸਾਧ ਸੰਗਤ ਜੀ ਇਸ ਦੇ ਨਾਲ ਹੀ ਜੋ ਆਪਾਂ ਰੋਜ਼ਾਨਾ ਹੀ ਨਿਤਨੇਮ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋ ਗਿਆ ਹੈ। ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਲਤਾਨ ਸ਼ਹਿਰ ਵਿੱਚ ਚਲੇ ਗਏ, ਜਿੱਥੇ ਉੱਚ ਕੋਟੀ ਦੇ ਬੜੇ ਵਿਦਵਾਨ ਮਹਾਨ ਪੀਰ ਰਹਿੰਦੇ ਸੀ। ਗੁਰੂ ਸਾਹਿਬ ਜੀ ਇਹਨਾਂ ਨੂੰ ਉਪਦੇਸ਼ ਦੇਣ ਵਾਸਤੇ ਇੱਥੇ ਮਹਾਰਾਜ ਚਲੇ ਗਏ ਮੁਲਤਾਨ ਸ਼ਹਿਰ ਵਿੱਚ। ਜਦੋਂ ਸਤਿਗੁਰੂ ਜੀ ਦੇ ਆਉਣ ਦੀ ਇਹਨਾਂ ਨੂੰ ਖਬਰ ਹੋਈ, ਪੀਰਾਂ ਨੂੰ, ਇਹਨਾਂ ਆਪੋ ਵਿੱਚ ਸਲਾਹ ਕੀਤੀ ਵੀ ਜੋ ਗੁਰੂ ਨਾਨਕ ਸਾਹਿਬ ਜੀ ਇੱਥੇ ਆ ਗਏ ਹੈ
ਇਹਨਾਂ ਨੇ ਤੇ ਬਹੁਤ ਸਾਰੇ ਸਥਾਨਾਂ ਨੂੰ ਜਿੱਤ ਲਿਆ। ਸਿੱਧਨਾਥ, ਪੀਰ ਪੈਗੰਬਰ, ਔਲੀਏ, ਵਿਦਵਾਨ, ਪੰਡਿਤ ਸਭ ਝੁਕਾ ਕੇ ਆਪਣੇ ਚਰਨੀ ਪਾ ਲਏ। ਇੱਥੋਂ ਤੱਕ ਕਿ ਜੋ ਕਾਬਾ ਮੰਦਰ ਹੈ ਮੱਕੇ ਵਿੱਚ, ਉਹ ਵੀ ਇਹਨਾਂ ਆਪਣੇ ਚਰਨਾਂ ਨਾਲ ਫੇਰ ਦਿੱਤਾ, ਘੁਮਾ ਦਿੱਤਾ। ਮੁਹੰਮਦ ਸਾਹਿਬ ਦੀ ਕਬਰ ਜੋ ਪਵਿੱਤਰ ਹੈ, ਉਹ ਵੀ ਇਹਨਾਂ ਦੇ ਚਰਨਾਂ ਵਿੱਚ ਆ ਚੁੱਕੀ ਹੈ। ਇਸ ਤਰ੍ਹਾਂ ਵੀ ਜੇ ਆਪਾਂ ਇਹਨਾਂ ਨਾਲ ਚਰਚਾ ਕਰਨ ਦੇ ਚੱਕਰ 'ਚ ਪੈ ਗਏ ਵੀ ਇਹਨਾਂ ਨਾਲ ਚਰਚਾ ਕਰ ਲਈਏ, ਗਿਆਨ ਚਰਚਾ, ਤੇ ਕਹਿੰਦੇ ਵੀ ਆਪਾਂ ਇਹਨਾਂ ਦੇ ਨਾਲ ਆਪਣੀ ਬਣ ਨਹੀਂ ਆਏਗੀ, ਬਰਾਬਰੀ ਅਸੀਂ ਕਰ ਨਹੀਂ ਸਕਾਂਗੇ। ਇਸ ਤਰ੍ਹਾਂ ਨਾਲ ਆਪਾਂ ਕੀ ਕਰੀਏ ਵੀ ਇਹਨਾਂ ਨੂੰ ਬੇਨਤੀ ਕਰਕੇ ਇੱਥੋਂ ਭੇਜ ਦਈਏ ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਕਿਸੇ ਹੋਰ ਥਾਂ ਚਲੇ ਜਾਓ। ਇਹ ਸੁਣ ਕੇ ਆਪੋ ਵਿੱਚ ਹੀ ਸਲਾਹ ਕਰਕੇ ਤੇ ਇਹਨਾਂ ਕੀ ਕੀਤਾ ਵੀ ਇੱਕ ਜਿਹੜਾ ਦੁੱਧ ਦਾ ਛੰਨਾ ਕਟੋਰਾ ਨੱਕੋ ਨੱਕ ਪੂਰੇ ਦਾ ਪੂਰਾ ਹੀ ਭਰ ਲਿਆ। ਪੂਰਾ ਭਰ ਕੇ ਤੇ ਕੀ ਕੀਤਾ, ਸਾਰੇ ਪੀਰ ਇਕੱਠੇ ਹੋ ਕੇ ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਸਨ ਉੱਥੇ ਆ ਗਏ। ਉਹ ਦੁੱਧ ਦਾ ਕਟੋਰਾ ਸਤਿਗੁਰ ਜੀ ਨੂੰ ਅਰਪਣ ਕੀਤਾ ਤੇ ਕੀ ਨਾ ਜਣਾਉਣਾ ਕੀਤਾ ਵੀ ਗੁਰੂ ਨਾਨਕ ਸਾਹਿਬ ਜੀ, ਇੱਥੇ ਦੇ ਇਹ ਮੁਲਤਾਨ ਸ਼ਹਿਰ ਪੀਰਾਂ ਨਾਲ ਪਹਿਲਾਂ ਹੀ ਬਹੁਤ ਭਰਿਆ ਹੋਇਆ। ਇੱਥੇ ਪੀਰਾਂ ਦੀ ਪੀਰੀ ਪਹਿਲਾਂ ਹੀ ਬਹੁਤ ਹੈ, ਸਾਡੀ ਨਹੀਂ ਸਮਾਈ ਹੋ ਰਹੀ, ਭਾਵ ਅਸੀਂ ਬਹੁਤੇ ਤੁਰੇ ਫਿਰਦੇ ਹਾਂ, ਬਹੁਤੇ ਵੰਡੇ ਪਏ ਹਾਂ, ਅਤੇ ਤੁਹਾਡੀ ਕਿਵੇਂ ਸਮਾਈ ਹੋਏਗੀ? ਤੁਹਾਡੀ ਸਮਾਈ ਇੱਥੇ ਹੋ ਨਹੀਂ ਸਕਦੀ, ਭਾਵ ਤੁਹਾਨੂੰ ਇੱਥੇ ਨਹੀਂ ਰਹਿਣਾ ਬਣਦਾ ਹੈ। ਇੰਝ ਕਰੋ ਵੀ ਤੁਸੀਂ ਹੋਰ ਕੋਈ ਸ਼ਹਿਰ 'ਚ ਥਾਂ ਵੇਖ ਕੇ ਉੱਥੇ ਚਲੇ ਜਾਓ, ਉਂਝ ਵੀ ਤੁਸੀਂ ਇਕੱਲੇ ਹੋਵੋਗੇ, ਤੁਹਾਡੀ ਮੰਨਤਾ ਹੋਏਗੀ। ਗੁਰੂ ਸਾਹਿਬ ਜੀ ਨੇ ਉਸ ਵੇਲੇ ਆਪਣੀ ਤਾਕਤ ਨਾਲ ਹੀ ਇੱਥੇ ਕੱਛ ਵਿੱਚੋਂ ਚਮੇਲੀ ਦਾ ਫੁੱਲ ਕੱਢਿਆ ਅਤੇ ਦੁੱਧ ਦੇ ਕਟੋਰੇ ਉੱਪਰ ਰੱਖ ਦਿੱਤਾ। ਉਹ ਚਮੇਲੀ ਦਾ ਫੁੱਲ ਹੁਣ ਹਲਕਾ ਹੁੰਦਾ, ਪਹਿਲਾਂ ਦੁੱਧ 'ਤੇ ਤਰਦਾ ਰਿਹਾ, ਤਰਦਾ ਤਰਦਾ ਅਖੀਰੇ ਵਿੱਚ ਹੀ ਸਮਾ ਗਿਆ। ਗੁਰੂ ਸਾਹਿਬ ਜੀ ਨੇ ਉਹ ਇਹ ਜਣਾਇਆ ਵੀ ਵੇਖੋ ਪੀਰੋ, ਜਿਵੇਂ ਆ ਦੁੱਧ ਦੇ ਕਟੋਰੇ ਭਰੇ ਵਾਂਗ ਤੁਸੀਂ ਕਹਿੰਦੇ ਮੁਲਤਾਨ ਸ਼ਹਿਰ ਭਰਿਆ ਪਿਆ ਪੀਰਾਂ ਦੀ ਪੀਰੀ ਨਾਲ, ਤੁਹਾਡੀ ਸਮਾਈ ਨਹੀਂ ਹੋ ਸਕਦੀ। ਜਿਵੇਂ ਕਟੋਰੇ 'ਚ ਦੁੱਧ ਨਹੀਂ ਪੈ ਸਕਦਾ ਵੀ ਇਵੇਂ ਤੁਸੀਂ ਨਹੀਂ ਰਹਿ ਸਕਦੇ, ਪਰ ਅਸੀਂ ਕਹਿੰਦੇ ਹਾਂ ਜਿਵੇਂ ਦੁੱਧ ਦੇ ਕਟੋਰੇ 'ਤੇ ਚਮੇਲੀ ਦਾ ਫੁੱਲ ਤਰਦਾ ਰਿਹਾ ਹੈ ਉੱਪਰ ਉੱਪਰ ਹੀ, ਇਸੇ ਤਰ੍ਹਾਂ ਅਸੀਂ ਇੱਥੇ ਤੁਹਾਡੇ ਵਿੱਚ ਰਹਿ ਕੇ ਉੱਪਰ ਉੱਪਰ ਹੀ ਤਰਾਂਗੇ, ਭਾਵ ਤੁਹਾਡੇ ਤੋਂ ਸ਼੍ਰੋਮਣੀ ਰਵਾਂਗੇ, ਉੱਚੇ ਹੋ ਕੇ ਰਵਾਂਗੇ। ਜਿਵੇਂ ਉਹ ਚਮੇਲੀ ਦਾ ਫੁੱਲ ਸਮਾ ਗਿਆ, ਇਸੇ ਤਰ੍ਹਾਂ ਤੁਹਾਡੇ ਵਿੱਚ ਹੀ ਸਮਾਈ ਕਰਕੇ ਰੱਖਾਂਗੇ, ਕੋਈ ਵੱਖਰਾ ਨਹੀਂ ਅਸੀਂ ਆਪਣਾ ਲਾਵਾਂਗੇ ਗੱਦੀ ਆਸਣ, ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿਆਂਗੇ, ਅਸੀਂ ਸਮਾਈ ਰੱਖਾਂਗੇ। ਜਿਵੇਂ ਚਮੇਲੀ ਦੇ ਫੁੱਲ ਦੇ ਸਮਾਉਣ ਨਾਲ ਦੁੱਧ ਵਿੱਚ ਖੁਸ਼ਬੂ ਬਣ ਗਈ ਹੈ, ਖੁਸ਼ਬੂ ਹੋ ਗਈ, ਭਰ ਗਈ ਹੈ, ਇੱਥੇ ਤੁਹਾਡੇ ਵਿੱਚ ਰਹਿ ਕੇ ਅਸੀਂ ਪਰਮੇਸ਼ਰ ਦੀ ਜਿਹੜੀ ਪ੍ਰੇਮਾ ਭਗਤੀ ਭਾਵ ਭਗਤੀ ਦੀਆਂ ਖੁਸ਼ਬੂਆਂ ਭਰ ਦੇਵਾਂਗੇ। ਫਿਰ ਕਹਿੰਦੇ ਕਈ ਵਿਦਵਾਨ ਵੀ ਸਤਿਗੁਰ ਜੀ ਨੇ ਦੁੱਧ ਵਿੱਚ ਮਿਸ਼ਰੀ ਦੀ ਡਲੀ ਵੀ ਪਾਈ ਸੀ ਅਤੇ ਦੁੱਧ ਮਿੱਠਾ ਹੋ ਗਿਆ। ਉਹ ਗੁਰੂ ਸਾਹਿਬ ਜੀ ਨੇ ਇਹ ਜਣਾਇਆ ਵੀ ਜਿਵੇਂ ਦੁੱਧ ਮਿੱਠਾ ਹੋ ਗਿਆ ਮਿਸ਼ਰੀ ਦੇ ਪਾਉਣ ਨਾਲ, ਇਵੇਂ ਮਿਸ਼ਰੀ ਦੀ ਨਿਆਈ ਜੋ ਤੁਹਾਡੇ ਅੰਦਰ ਸਮਾਈ ਨਹੀਂ ਨਾ ਹੋ ਰਹੀ ਖਹਿਬਾਜ਼ੀ ਹੈ, ਉਹ ਪ੍ਰੇਮ ਭਰ ਦਿਆਂਗੇ, ਇਕੱਠੇ ਰਹੋਗੇ ਮਿਲ ਕੇ, ਕੋਈ ਨਹੀਂ ਖਹਿਬਾਜ਼ੀ ਰਹਿ ਜਾਏਗੀ। ਵਾਹਿਗੁਰੂ ਦੀ ਖੁਦਾ ਦੀ ਭਗਤੀ ਦਾ ਜਿਹੜਾ ਮਿੱਠਾ ਰਸ ਉਹ ਭਰ ਦਿਆਂਗੇ ਤੁਹਾਡੇ ਵਿੱਚ। ਜਦੋਂ ਇਹ ਸਤਿਗੁਰੂ ਜੀ ਨੇ ਚਮੇਲੀ ਦੇ ਫੁੱਲ ਰਾਹੀਂ ਮਿਸ਼ਰੀ ਦੇ ਡਲੀ ਰਾਹੀਂ ਜਣਾਇਆ, ਇਹਨਾਂ ਜਾਣ ਲਿਆ ਵੀ ਇਹ ਤਾਂ ਬਹੁਤ ਗੁਰੂ ਨਾਨਕ ਸਾਹਿਬ ਜੀ ਮਹਾਨ ਹਨ, ਇਹ ਗੁਣਾਂ ਦੇ ਸਮੁੰਦਰੀ ਇੱਥੇ ਆ ਗਏ ਹੈ। ਉਸ ਵੇਲੇ ਜਿਹੜਾ ਇਹਨਾਂ 'ਚ ਸਮਸ ਤਬਰੇਜ਼ ਪੀਰ ਬੜਾ ਮੁਖੀ ਸੀ, ਬੜਾ ਭਾਵਨਾ ਵਾਲਾ, ਉਹ ਮੁਕਤੀ ਦੀ ਇੱਛਾ ਧਾਰ ਕੇ ਸਤਿਗੁਰ ਜੀ ਅੱਗੇ ਬੋਲਿਆ
कि महाराज जी वेखो, मैं इन्ना तप कठन तो कठन सख्त तो सख्त किया है, मेरा शरीर पिंजरा हो गया, सुक गया है, हजे तक मन दियां वासना नाश नहीं हुई। इन्ने यतन किए, इन्ना लंबा समा भी मन दियां वासना नाश हो जान, तरह तरह दियां मंद वासना, अजे तक मन वस च नहीं होया, मन दियां वासना नहीं मरियां। गुरु साहब जी ने फिर उस वेले जदों ना उपदेश की मंग की, बड़ी प्रीति के सहित उपदेश दिता भी समझ तबरेज पीर जी, वर्मी मारिया सप नहीं मरदा है। इस तरह शरीर नूं तौण नाल, साधना रूपी तपश देण नाल तंगी दित्तियां, शरीर नूं कष्ट दित्तियां, ये जिहड़ा शरीर रूपी वर्मी दे विच मन रूपी सप बैठा है, मरदा नहीं है। सप नूं वस करन दा इक्को ही तरीका है, मंत्र, गारड़ू मंत्र, फिर वो वस हो जाता है। इस तरह मन रूपी सप नूं वस करन दा तरीका है गुरु दे उपदेश, गुरु दे शब्दां नूं विचारना। जिहड़े गुरु दे शब्द है, उपदेश है, जिहड़ा उन्हां दी विचार करनी है, ये मंत्र पछाण लिया है शमस तबरेज पीर, ते उन्हां नूं उन्हां दे नाल मन रूपी सप वस हो जाता है। जे सप ते डंडा मारीए वो फिर मरदा है। इस तरह गुरु का उपदेश रूपी डंडा इस मन रूपी सप दे मारीए, उहदे नाल खत्म करिए, फिर मन रूपी सप मरदा, फिर भगती जाके हुंदी, फिर साधना जाके पूरी हुंदी। फिर इसने जिहड़ा है उपदेश लैके बड़ा प्रसन्न होया। उस वेले जिहड़े सतगुरु जी ने दस्सिया भी शमस दे से तबरेज पीर, जिहड़े गुरु दे शब्द होंदे उपदेश, वो मंत्र महान होंदे। इहने पुछया महाराज वो किहड़ा उपदेश शब्द है गुरु दा जिस करके भी ये मन वस हो जाता। फिर गुरु साहब जी बोले, जिहड़ा संसार है ये झूठा है, ऐसा पक्का जानना गुरु के उपदेश द्वारा। ये संसार झूठा है, ये पक्किया जान के किवें जानना, जिवें मृग तृष्णा का जल है भी हिरन वो मारूथल की धरती से भज्जा भज्जा जाता है, ये समझ के भी अगे दरिया का जल जो उत्थे पहुँचता उत्थे पानी नहीं हुंदा, पर वो हिरन नूं तो लगता ही है ना भी पानी हैगा है। इस तरह जीवां नूं लगता भी संसार हैगा है, असल विच संसार हैगा नहीं। ऐसा गुरु के उपदेश राहीं जानना। फिर इस संसार नूं झूठा जान के जग रचना सब झूठ है, इहदे विच कोई फुरने ना करिए भी इत्थे बैठे रहना है। इवें मन नूं जिहड़ा है, मन तो संसार नूं त्यागी, इहदा मोह छड्डीए। फिर होर माल नूं उपदेश दिते कि संसार नूं मिथ्या जनाउण वास्ते, जिवें गुरु साहब जी कहंदे सहे दे सिंह ਉਹਦਾ कोई धनस बना के हत्थां विच लै के ते वैरी नूं जिੱਤਣ ਦੀ ਇੱਛਾ करे, कि वो सूरमा किवें ਇੱਛਾ कर सकदा है। ना दे सहे दे सिंह हुंदे आ, ना धनखी बन सकदा है, ना वैरी नूं जिੱਤਣ ਦੀ ਜਿਹੜੀ ਇੱਛਾ ਉਹੀ सफल है। सब झूठियां ही है, सब कुछ तिन्ने चीज़ां ही इवें संसार नूं मिथ्या जाने। इस तरह जिवें आकाश दे विच कोई आखे भी वेल बड़ी हरी है, उहदे फुल्लां दी मैं सुगंधी लवां, फुल्लां दी माला बनावां, गल विच पावां, कि कौन आसा करेगा। सियाणा पुरुष आसा नहीं करदा, क्योंकि आकाश विच कोई वेल हैगी नहीं, वेल नहीं हैगी, फुल भी नहीं हैगे, फिर माला भी नहीं हैगी, सुगंधी भी नहीं हैगी, आसा कौन करेगा। इवें संसार नूं जाने। जिवें हरी चंदौरी दे बाजार, हरी चंद दी नगरी दे बाजार, ते कवे भी उहदे विच लैण दा विहार करना है,
ਵੀ ਉਹ ਕੌਣ ਕਰ ਸਕਦਾ? ਅਗਿਆਨੀ ਕਰ ਸਕਦਾ, ਗਿਆਨੀ ਨਹੀਂ ਕਰ ਸਕਦਾ। ਸਿਆਣਾ ਪੁਰਸ਼ ਨਹੀਂ ਕਰ ਸਕਦਾ, ਕਿਉਂਕਿ ਹਲ ਚੰਦੌਰੀ ਨਗਰੀ ਕੋਈ ਹੈ ਹੀ ਨਹੀਂ, ਨਾ ਉੱਥੇ ਨਗਰੀ ਹੈ, ਫਿਰ ਬਾਜ਼ਾਰ ਵੀ ਨਹੀਂ ਹੈਗਾ। ਇਸੇ ਤਰ੍ਹਾਂ ਇਹ ਸ਼ਮਸ ਤਬਰੇਜ਼ ਪੀਰ ਜੀ, ਇਹ ਸੰਸਾਰ ਜਿਹੜਾ ਹੈ ਝੂਠਾ ਜਾਣੇ ਗੁਰੂ ਦੇ ਉਪਦੇਸ਼ ਦੁਆਰਾ, ਤਾਂ ਇਹ ਮਨ ਸਥਰ ਹੁੰਦਾ ਹੈ। ਜੋ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜਿਵੇਂ ਆ ਮੰਦਰ ਮਕਾਨ ਦਰਬਾਰ ਨੂੰ ਥੰਮਾਂ ਨੇ ਸਹਾਰਾ ਦਿੱਤਾ ਹੈ, ਉਹ ਬੀਮ ਟਿਕੇ ਹੋਏ ਹੈ ਕੰਧਾਂ ਦੇ ਸਹਾਰੇ, ਛੱਤਾਂ ਟਿਕੀਆਂ ਹੋਈਆਂ ਥੰਮਾਂ ਦੇ ਸਹਾਰੇ। ਇਵੇਂ ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ, ਇਵੇਂ ਮਨ ਰੂਪੀ ਛੱਤ ਨੂੰ ਗੁਰੂ ਦੇ ਸ਼ਬਦ ਰੂਪੀ ਥੰਮ ਦੇਵੇ, ਫਿਰ ਮਨ ਥੰਮਿਆ ਜਾ ਸਕਦਾ। ਇਹ ਜਦੋਂ ਉਪਦੇਸ਼ ਗੁਰੂ ਸਾਹਿਬ ਜੀ ਨੇ ਵਿਸਥਾਰ ਨਾਲ ਕੀਤਾ, ਸ਼ਮਸ ਤਬਰੇਜ਼ ਜਿਹੜਾ ਪੀਰ ਖੁਸ਼ ਪ੍ਰਸੰਨ ਹੋ ਕੇ ਚੁੱਪ ਕਰ ਗਿਆ। ਕੋਲ ਹੀ ਬੈਠਾ ਸੀ ਬਹਾਵਲ ਹੱਕ ਪੀਰ। ਜਦੋਂ ਉਹਨੇ ਸੁਣੀ ਇਹ ਗੱਲ ਸਾਰੀ, ਵਿਚਾਰ ਗਿਆਨ ਦੀ ਚਰਚਾ, ਇਹ ਬਹੁਤ ਸਾਰੇ ਪੀਰ ਗਿਆਨੀ ਸਨ, ਉੱਚ ਕੋਟੀ ਦੇ ਵਿਦਵਾਨ ਸਨ, ਫਿਰ ਇਹ ਗੱਲ ਨੂੰ ਸਮਝਦੇ ਸੀ ਸਭ ਤਰ੍ਹਾਂ ਦੇ ਸਿਧਾਂਤਾਂ ਨੂੰ। ਬਹਾਵਲ ਹੱਕ ਪੀਰ ਨੇ ਜਿਵੇਂ ਫਿਰ ਬਚਨ ਕਿਹਾ, ਉਹ ਪ੍ਰਸੰਗ ਅੱਜ ਵਿਸਥਾਰ ਨਾਲ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ, ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਨਾਨਕ ਉਪਦੇਸ਼ ਮਹਿ। ਸਤਿਗੁਰ ਜੀ ਤੋਂ ਇਹ ਗਿਆਨ ਦਾ ਉਪਦੇਸ਼ ਸੁਣ ਕੇ ਬਹਾਵਲ ਹੱਕ ਪੀਰ ਬੋਲਿਆ ਤੇ ਕਹਿਣ ਲੱਗਾ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਪ ਜੀ ਦੇ ਉਪਦੇਸ਼ ਵਿੱਚ ਇਹ ਸਿੱਧ ਗੱਲ ਹੋ ਰਹੀ ਹੈ ਵੀ ਇਹ ਸੰਸਾਰ ਜਿਹੜਾ ਝੂਠਾ ਹੈ, ਅਤੇ ਇਹਦੇ ਝੂਠੇ ਕੰਮਾਂ 'ਚ ਪੈ ਕੇ ਫਸਣਾ ਨਹੀਂ ਚਾਹੀਦਾ, ਇਹਨੂੰ ਝੂਠਾ ਜਾਣ ਕੇ ਇਹਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਅਸਲ ਵਿੱਚ ਹੈ ਹੀ ਇਹ ਮਿੱਥਿਆ। ਇਹਦੇ ਵਿੱਚ ਜੋ ਕੁਝ ਪਦਾਰਥ ਦਿਸ ਰਹੇ ਉਹ ਵੀ ਮਿੱਥਿਆ ਹੀ ਹੈ। ਅਤੇ ਕਹਿਣ ਲੱਗੇ ਬਹਾਵਲ ਹੱਕ ਪੀਰ ਜੀ ਆਪ ਜੀ ਦੇ ਉਪਦੇਸ਼ ਵਿੱਚ ਇਹ ਜੋ ਤੁਸੀਂ ਕਿਹਾ ਵੀ ਸੰਸਾਰ ਝੂਠਾ, ਇਹਨੂੰ ਝੂਠਾ ਜਾਣਨਾ ਹੈ। ਮਾਇਆ ਕਹੋ ਜੇ ਕੂਰਾ। ਜੇ ਮਹਾਰਾਜ ਜੀ ਸੰਸਾਰ ਝੂਠਾ ਹੈ ਤੇ ਫਿਰ ਮਾਇਆ ਵੀ ਝੂਠੀ ਹੈ, ਤੇ ਮਾਇਆ ਤੋਂ ਬਣਿਆ ਸੰਸਾਰ। ਅਤੇ ਜੇ ਹੁਣ ਕਹੋ ਵੀ ਸੰਸਾਰ ਝੂਠਾ ਅਤੇ ਮਾਇਆ ਵੀ ਆਪਣੇ ਆਪ ਝੂਠੀ ਹੋ ਗਈ, ਕਿਉਂਕਿ ਮਾਇਆ ਤੋਂ ਇਸ ਦਾ ਸੰਸਾਰ ਬਣਿਆ, ਇਹਦੀ ਪੈਦਾਇਸ਼ ਹੋਈ ਹੈ, ਤਿੰਨਾਂ ਗੁਣਾਂ ਤੋਂ ਬਣਿਆ ਹੈ। ਅਤੇ ਫਿਰ ਜੇ ਤੁਸੀਂ ਕਹੋ ਵੀ ਮਾਇਆ ਵੀ ਝੂਠੀ ਹੀ ਹੈ, ਹੋਣਾ ਤਿਸ ਬਿਨਾ ਵਿਵਹਾਰ ਜੇ। ਫਿਰ ਮਹਾਰਾਜ ਜੀ ਤੁਸੀਂ ਦੱਸੋ ਵੀ ਉਹ ਮਾਇਆ ਤੋਂ ਬਿਨਾਂ ਦੇ ਜਿਹੜੇ ਵਿਹਾਰ ਹੈ, ਲੈਣ ਦੇਣ ਹਨ, ਹੋਤ ਨਹੀਂ ਕੋ ਪੂਰਾ। ਕੋਈ ਵੀ ਲੈਣ ਦੇਣ ਕਾਰ ਵਿਹਾਰ ਮਾਇਆ ਤੋਂ ਬਿਨਾਂ ਦੇ ਪੂਰਾ ਨਹੀਂ ਹੁੰਦਾ। ਮਾਇਆ ਤੋਂ ਬਿਨਾਂ ਕੋਈ ਟੁੱਕ ਨਹੀਂ ਦਿੰਦਾ, ਮਾਇਆ ਤੋਂ ਬਿਨਾਂ ਕੱਪੜਾ ਨਹੀਂ ਪਾਇਆ ਜਾਂਦਾ। ਸਫ਼ਰ ਕਰਨਾ ਹੋਵੇ ਮਾਇਆ ਚਾਹੀਦੀ ਹੈ, ਕਿਸੇ ਨੂੰ ਦਾਨ ਕਰਨਾ ਮਾਇਆ ਚਾਹੀਦੀ ਹੈ। ਇਵੇਂ ਮਾਇਆ ਤੋਂ ਬਿਨਾਂ ਤਾਂ ਕੋਈ ਪਾਣੀ ਵੀ ਨਹੀਂ ਪੁੱਛਦਾ। ਅਤੇ ਤੁਸੀਂ ਕਹਿੰਦੇ ਵੀ ਸੰਸਾਰ ਝੂਠਾ ਜਾਣਨਾ ਹੈ, ਫਿਰ ਮਾਇਆ ਵੀ ਝੂਠੀ ਹੈ, ਕਿਉਂਕਿ ਮਾਇਆ ਤੋਂ ਸੰਸਾਰ ਬਣਿਆ ਹੈ। ਜਦੋਂ ਸੰਸਾਰ ਝੂਠਾ, ਮਾਇਆ ਝੂਠੀ, ਅਤੇ ਉਹਦੇ ਮਾਇਆ ਤੋਂ ਬਿਨਾਂ ਤਾਂ ਕੋਈ ਵੀ ਜਿਹੜਾ ਹੈ ਸੰਸਾਰੀ ਇੱਥੇ ਕੰਮ ਨਹੀਂ ਹੁੰਦਾ ਹੈ। ਅਤੇ ਉਹਦੇ ਬਿਨਾਂ ਜਦੋਂ ਕੰਮ ਹੀ ਨਹੀਂ ਪੂਰਾ ਹੁੰਦਾ। ਚੌਪਈ ਉੱਤਰ ਸ੍ਰੀ ਗੁਰ ਸੁਨਤ ਅਲਾਇਆ। ਇਹ ਤੇ ਕੀ ਕਰੀਏ, ਕਿਹਨੂੰ ਕਿਹਨੂੰ ਝੂਠਾ ਸਮਝੀਏ। ਅਤੇ ਗੁਰੂ ਸਾਹਿਬ ਜੀ ਨੇ ਬਹਾਵਲ ਹੱਕ ਪੀਰ ਤੋਂ ਇਹ ਵਚਨ ਸੁਣਦਿਆਂ ਵੀ ਮਾਇਆ ਨੂੰ ਜੇ ਝੂਠੀ ਵੀ ਕਹਿ ਦਈਏ ਤਾਂ ਫਿਰ ਕੰਮ ਨਹੀਂ ਹੁੰਦੇ ਪੂਰੇ।
ਤੇ ਤੁਸੀਂ ਕੀ ਮਹਾਰਾਜ ਕਹਿੰਦੇ ਹੋ? ਫਿਰ ਗੁਰੂ ਜੀ ਨੇ ਸੁਣਦਿਆਂ ਉੱਤਰ ਕਿਹਾ, ਨਿਸ਼ਚਾ ਜਾਣਹੁ ਝੂਠੀ ਮਾਇਆ। ਬਹਾਵਲ ਹੱਕ ਪੀਰ ਜੀ, ਨਿਸ਼ਚੇ ਪੂਰਵਕ ਪੱਕਾ ਭਰੋਸੇ ਨਾਲ ਹੀ ਜਾਣ ਲਓ ਵੀ ਇਹ ਮਾਇਆ ਵੀ ਝੂਠੀ ਹੈ। ਤਾਸੇ ਝੂਠੇ ਤਿਹ ਵਿਵਹਾਰਾ। ਜਿਵੇਂ ਮਾਇਆ ਝੂਠੀ ਅਸੀਂ ਕਹਿ ਰਹੇ ਹਾਂ, ਇਸੇ ਤਰ੍ਹਾਂ ਇਹਦੇ ਜਿਹੜੇ ਵਿਹਾਰ ਹੈ, ਕੰਮ ਕਾਰ, ਲੈਣ ਦੇਣ, ਉਹ ਵੀ ਝੂਠੇ ਹੀ ਹਨ। ਲਖੋ ਸਤ ਜਿਉ ਦਾਮ ਬਿਹਾਰਾ। ਕਿਉਂਕਿ ਇਹ ਸੰਸਾਰ ਝੂਠਾ, ਇਹਦੇ ਵਿੱਚ ਲੈਣ ਦੇਣ ਵੀ ਫਿਰ ਆਪੇ ਝੂਠੇ ਹੋ ਗਏ। ਜੋ ਕੁਝ ਵੀ ਨਜ਼ਰ ਆ ਰਿਹਾ, ਇਹ ਤੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਕਹਿੰਦੇ ਜਗ ਰਚਨਾ ਸਭ ਝੂਠ ਹੈ। ਪਰ ਇਹ ਬ੍ਰਹਮ ਗਿਆਨੀ ਦੀ ਅਵਸਥਾ ਸਾਡੀ ਨਹੀਂ ਹੈ, ਸਾਡੇ ਵਾਸਤੇ ਝੂਠਾ ਕੁਝ ਨਹੀਂ ਹੈ। ਇੱਥੇ ਤੇ ਬੜੀ ਗਿਆਨ ਦੀ ਚਰਚਾ ਚੱਲ ਰਹੀ ਹੈ, ਸਤਿਗੁਰੂ ਜੀ ਦੇ ਪੀਰਾਂ ਦੀ। ਕਹਿੰਦੇ ਸਤਿਗੁਰੂ ਜੀ ਨੇ ਕਿਹਾ ਵੀ ਜਿਸ ਤਰ੍ਹਾਂ ਜਾਣ ਲੈ ਮਾਇਆ ਝੂਠੀ, ਉਸੇ ਤਰ੍ਹਾਂ ਦੇ ਵਿਹਾਰ, ਕੰਮ ਕਾਰ, ਲੈਣ ਦੇਣ, ਇੱਧਰ ਉੱਧਰ ਕਰਨਾ ਸਭ ਝੂਠਾ ਹੈ। ਇਹ ਸਾਡਾ ਬਚਨ ਤੁਸੀਂ ਸੱਚ ਜਾਣ ਲਓ ਵੀ ਜਿਵੇਂ ਰੱਸੀ ਦਾ ਵਿਹਾਰ ਹੁੰਦਾ ਹੈ, ਉਹ ਰੱਸੀ ਅੰਧਕਾਰ ਵਿੱਚ ਪਈ ਹੁੰਦੀ ਹੈ ਤੇ ਉਹ ਭਰਮ ਕਰਕੇ ਉਹਦੇ ਵਿੱਚੋਂ ਸੱਪ ਪ੍ਰਤੀਤ ਹੁੰਦਾ ਹੈ। ਐਂ ਲੱਗਦਾ ਅੰਧਕਾਰ ਰਹਿ ਰਾਸ ਤੋਂ ਬਾਅਦ ਜਦੋਂ ਥੋੜ੍ਹਾ ਚਾਨਣ ਵੀ ਹੋਵੇ ਤੇ ਹਨੇਰਾ ਵੀ ਹੋ, ਉਹਨੂੰ ਅੰਧਕਾਰ ਕਿਹਾ ਜਾਂਦਾ, ਮਨ ਦਾ ਅੰਧਕਾਰ। ਕਿਉਂਕਿ ਜੇ ਪੂਰਾ ਹਨੇਰਾ ਹੋਊਗਾ ਤਾਂ ਵੀ ਨਹੀਂ ਉਹ ਰੱਸੀ ਦਿਖੇਗੀ, ਤੇ ਜੇ ਚਾਨਣ ਹੋਏਗਾ ਫਿਰ ਤੇ ਫਿਰ ਤੇ ਦਿਖੇ, ਫਿਰ ਤੇ ਰੱਸੀ ਦਿਖੇਗੀ। ਪੂਰਾ ਹਨੇਰਾ ਹੋਵੇਗਾ, ਸੱਪ ਪ੍ਰਤੀਤ ਨਹੀਂ ਹੋਏਗਾ, ਨਾ ਰੱਸੀ ਪ੍ਰਤੀਤ ਹੋਏਗੀ। ਜੇ ਅੰਧਕਾਰ, ਮੰਦ ਅੰਧਕਾਰ ਹੋਏਗਾ, ਫਿਰ ਦਿਸੇਗਾ ਵੀ ਕੁਝ ਨਾ ਕੁਝ ਪਿਆ ਲੱਗਦਾ ਹੈ। ਤੇ ਰੱਸੀ ਦਾ ਸੁਭਾਅ ਵੀ ਵਿੰਗੀ ਟੇਢੀ ਪਈ ਹੁੰਦੀ ਸੱਪ ਵਾਂਗ। ਮਹਾਰਾਜ ਕਹਿੰਦੇ ਸਾਡਾ ਸਤ ਬਚਨ ਜਾਣ ਲਓ, ਜਿਵੇਂ ਰੱਸੀ ਦਾ ਵਿਹਾਰ ਹੈ ਵੀ ਉਹ ਰੱਸੀ ਜਦੋਂ ਵਿੰਗੀ ਟੇਢੀ ਪਈ ਹੁੰਦੀ ਹੈ ਜ਼ਮੀਨ ਤੇ ਉਹ ਭਰਮ ਕਰਕੇ ਪ੍ਰਤੀਤ ਹੁੰਦਾ ਵੀ ਕਾਲਾ ਨਾਗ ਬੈਠਾ ਹੋਇਆ ਹੈ। ਤੇ ਉਹ ਫਿਰ ਜਦੋਂ ਪ੍ਰਤੀਤ ਹੋ ਗਿਆ ਦੁਖਦਾਈ ਹੈ, ਭੁਲੇਖਾ ਪਿਆ ਰਹੇਗਾ। ਭਰਮ ਕਰਕੇ ਦੁੱਖ ਤੇ ਹੈਗਾ ਹੀ ਹੈ ਨਾ। ਇਹ ਸੱਪ ਲੜ ਨਾ ਜਾਏ, ਔਰ ਕਿਸੇ ਵੇਲੇ ਅਸੀਂ ਵੀ ਇਹੋ ਜਿਹਾ ਕਰਦੇ ਨਾ, ਪੈਰ ਜਿਹਾ ਮਾਰ ਕੇ ਵੇਖਦੇ ਹਾਂ ਸੱਚੀ ਸੱਪ ਤਾਂ ਨਹੀਂ ਕਿਤੇ, ਤੇ ਹੁੰਦਾ ਨਹੀਂ ਹੈ। ਇਵੇਂ ਇਸ ਸੰਸਾਰ ਦਾ ਵਿਹਾਰ ਜਾਣ ਲੈ, ਮਾਇਆ ਦਾ ਵਿਹਾਰ ਜਾਣ ਲੈ ਪੀਰ। ਜਿਵੇਂ ਉਹ ਰੱਸੀ ਵਿੱਚ ਸੱਪ ਭਰਮ ਪ੍ਰਤੀਤ ਹੁੰਦਾ ਤੇ ਦੁਖਦਾਈ ਹੁੰਦਾ ਵੀ ਕਾਲਾ ਨਾਗ ਬੈਠਾ ਹੈ, ਇਸੇ ਤਰ੍ਹਾਂ ਮਾਇਆ ਵੀ ਇਸੇ ਤਰ੍ਹਾਂ ਹੈ, ਦੇਖਣ 'ਚ ਪ੍ਰਤੀਤ ਹੁੰਦੀ ਹੈ ਵੀ ਬੜੀ ਸੁੱਖ ਦੇਣ ਵਾਲੀ, ਪਰ ਹੈ ਦੁਖਦਾਈ। ਦੁਖਦਾਈ ਹੈ, ਦੁੱਖ ਦਿੰਦੀ ਹੈ। ਸੁਪਨ ਬਿਖਾ ਜਾਂ ਸਰਤਾ ਬਾਰਾ। ਹੋਰ ਵੀ ਦ੍ਰਿਸ਼ਟਾਂਤ ਸੁਣ ਲਓ ਵੀ ਜਿਵੇਂ ਸੁਪਨੇ ਦੇ ਵਿੱਚ, ਪਾਣੀ ਦੀ ਨਦੀ ਦੇ ਵਿੱਚ ਚਾਹਤ ਨਾਉ ਚੜ ਉਤਰੇ ਉਪਾਰਾ। ਜੀਵ ਨੂੰ ਸੁਪਨਾ ਆਉਂਦਾ ਹੋਵੇ, ਸੁਪਨੇ ਵਿੱਚ ਪਾਣੀ ਦੀ ਨਦੀ ਹੋਵੇ, ਤੇ ਉਹ ਕੀ ਕਰੇ ਵੀ ਉਸ ਪਾਣੀ ਵਾਲੀ ਨਦੀ ਤੋਂ ਸੁਪਨੇ ਦੇ ਵਿੱਚ ਹੀ ਪਾਰ ਬੇੜੀ ਉੱਪਰ ਚੜ੍ਹ ਕੇ ਤੇ ਉਤਰਨਾ ਚਾਹੁੰਦਾ ਹੋਵੇ ਵੀ ਮੈਂ ਪਾਰ ਉਤਰ ਜਾਵਾਂ। ਸੁਪਨ ਟਕਾ ਦੇ ਸੋ ਲੰਘ ਜਾਏ। ਫਿਰ ਸੁਪਨੇ ਵਿੱਚ ਉਹ ਜਿਹੜਾ ਕੋਈ ਬੇੜੀ ਵਾਲੇ ਦਾ ਮੁੱਲ ਬਣਦਾ, ਟਕਾ ਦੇ ਕੇ ਲੰਘ ਜਾਏ। ਇਸੀ ਰੀਤ ਤਿਹ ਲਿਓ ਲਖਾਈ। ਇਸੇ ਰੀਤੀ ਨਾਲ ਇਹ ਭਾਵਲ ਹੱਕ ਪੀ ਜੀ ਤੁਸੀਂ ਜਾਣ ਲਓ ਮਾਇਆ ਦਾ ਵਿਹਾਰ ਹੈ। ਵੀ ਜਿਵੇਂ ਸੁਪਨੇ ਦੇ ਵਿੱਚ ਪਾਣੀ ਦੀ ਨਦੀ, ਤੇ ਉਹ ਸੁਪਨਾ ਆ ਰਿਹਾ ਵੀ ਪਾਣੀ ਦੀ ਨਦੀ ਹੈ, ਤੇ ਜਿਹਨੂੰ ਸੁਪਨਾ ਆ ਰਿਹਾ ਉਹ ਸੋਚੇ ਵੀ ਹੁਣ ਮੈਂ ਇਹਦੇ ਵਿੱਚੋਂ ਦੀ ਇਹਨੂੰ ਮੈਂ ਪਾਰ ਕਰਨਾ, ਬੇੜੀ 'ਤੇ ਚੜ੍ਹ ਕੇ ਉਹ ਬੇੜੀ ਦਾ ਮੁੱਲ ਟਕਾ ਦੇ ਕੇ ਤੇ ਪਾਰ ਵੀ ਲੰਘ ਜਾਵੇ। ਤੇ ਉਹ ਕੀ ਹੈ? ਕੁਝ ਵੀ ਨਹੀਂ। ਨਾ ਤੇ ਉਹ ਜਲ ਪਾਣੀ ਹੈਗਾ, ਨਾ ਕੋਈ ਨਦੀ ਹੈਗੀ, ਨਾ ਹੀ ਕੋਈ ਜਿਹੜਾ ਹੈ ਉੱਥੇ ਮਲਾਹ ਬੈਠਾ, ਨਾ ਕੋਈ ਬੇੜੀ, ਨਾ ਕੋਈ ਚੜ੍ਹ ਕੇ ਗਿਆ, ਨਾ ਕੋਈ ਟਕਾ ਦਿੱਤਾ, ਨਾ ਕੋਈ ਪਾਰ ਹੀ ਲੰਘਿਆ। ਉਹ ਸਾਰਾ ਸੁਪਨੇ ਵਿੱਚ ਹੀ ਸੀ ਨਾ। ਸੁਪਨੇ ਵਿੱਚ ਪਾਰ ਵੀ ਲੰਘ ਗਿਆ ਨਦੀ ਤੋਂ, ਪੈਸੇ ਵੀ ਦੇ ਦਿੱਤੇ, ਤੇ ਜਦੋਂ ਨੀਂਦ ਖੁੱਲ੍ਹੀ ਤੇ ਕੀ ਵੇਖਿਆ? ਕੱਖ ਵੀ ਨਹੀਂ। ਉਹ ਜਿੱਥੇ ਪਿਆ ਸੀ ਉੱਥੇ ਪਿਆ। ਇਸੇ ਤਰ੍ਹਾਂ ਅਗਿਆਨ ਦੀ ਨੀਂਦ ਵਿੱਚ ਸੁੱਤਿਆ ਹੋਇਆ ਜੀਵ ਉਹ ਮਾਇਆ ਦੇ ਪ੍ਰਭਾਵ ਕਰਕੇ ਇਵੇਂ ਸੁਪਨੇ ਦੇ ਨਿਆਈ ਸੰਸਾਰ ਦੇ ਵਿੱਚ
ਮਾਇਆ ਦੇ ਕਾਰ ਵਿਹਾਰ ਕਰਦਾ, ਇੱਧਰ ਉੱਧਰ ਲੈਣ ਦੇਣ ਕਈ ਕੁਝ ਕਰਦਾ ਹੈ। ਇਹ ਪਰ ਜਿਸ ਦਿਨ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਰੋਕਸ਼ ਗਿਆਨ ਦੁਆਰਾ ਗੁਰੂ ਦੀ ਮੱਤ ਦੁਆਰਾ ਜਾਣ ਲੈਂਦਾ, ਉਸ ਦਿਨ ਪਤਾ ਲੱਗ ਜਾਂਦਾ ਜਗ ਰਚਨਾ ਸਭ ਝੂਠ ਹੈ। ਇਹ ਤੇ ਸੰਸਾਰ ਵੀ ਝੂਠ ਹੈ, ਮੇਰਾ ਲੈਣ ਦੇਣ ਵੀ ਝੂਠਾ ਸੀ, ਕਿਸੇ ਕੰਮ ਨਹੀਂ ਸੀ। ਇਸ ਰੀਤੀ ਨਾਲ ਹੀ ਜਿਵੇਂ ਉੱਪਰ ਉਪਰੋਕਤ ਦ੍ਰਿਸ਼ਟਾਂਤਾਂ ਰੇ ਦੱਸਿਆ, ਜਾਣ ਲਓ ਮਾਇਆ ਦਾ ਵਿਹਾਰ। ਪਰਮੇਸ਼ਰ ਨਿਤ ਸਤ ਪਛਾਨਹਾ। ਵਹਾਵਲ ਹੱਕ ਜੀ, ਜੋ ਵਾਹਿਗੁਰੂ ਪਰਮੇਸ਼ਰ ਖੁਦਾ ਹਮੇਸ਼ਾ ਉਹਨੂੰ ਸਤ ਪਛਾਣ ਲਓ। ਸੰਸਾਰ ਤੇ ਜੰਮਦਾ ਮਰਦਾ ਹੈ, ਪੈਦਾ ਹੁੰਦਾ ਮਹਾਂ ਪਰਲੋਆਂ ਤੇ ਸਭ ਤੈਸ਼ ਨੈਸ ਹੋ ਜਾਂਦਾ। ਪਰਮੇਸ਼ਰ ਸਤ ਸਰੂਪ ਹੈ, ਨਿਤ ਸਰੂਪ ਹੈ, ਤ੍ਰੈ ਕਾਲ ਆਬਾਦ ਹੈ, ਪਛਾਣ ਲਓ। ਤਾਂ ਕੋ ਨਾਮ ਸਤ ਮਨ ਮਾਨਹੁ। ਉਸ ਦਾ ਜਿਹੜਾ ਨਾਮ ਹੈ ਉਹ ਵੀ ਸਤ ਨਾਮ, ਸਤ ਹੀ ਹੈ, ਮਨ ਵਿੱਚ ਮੰਨ ਲਓ। ਜਪ ਮਨ ਸਤ ਨਾਮ, ਸਦਾ ਸਤ ਨਾਮ ਕਥੇ। ਇਹ ਵੀ ਮਹਾਰਾਜ ਤੇਰੇ ਕੀਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾਪੂਰ ਬੜਾ। ਜਿਹੜਾ ਸੱਚਾ ਨਾਮ ਉਹਦਾ ਪਹਿਲਾ ਸਭ ਤੋਂ ਨਾਮ ਹੈ। ਪੀਰ ਜੀ ਸੱਚ ਨਾਮ, ਪਰਮੇਸ਼ਰ ਵੀ ਸੱਚਾ ਹੈ, ਉਹਦਾ ਨਾਮ ਵੀ ਮਨ ਵਿੱਚ ਸੱਚਾ ਹੀ ਜਾਣ ਲਓ। ਰੁਕਨ ਦੀਨ ਪਨ ਬੈਨ ਅਲਾਏ। ਗੁਰੂ ਸਾਹਿਬ ਜੀ ਨੇ ਜਦੋਂ ਇਹ ਉਪਦੇਸ਼ ਕੀਤਾ, ਬਹਾਵਲ ਹੱਕ ਪੀਰ ਦੇ ਚੁੱਪ ਕਰ ਗਏ। ਉਸ ਵੇਲੇ ਰੁਕਣ ਦੇਣ ਜਿਹੜੇ ਪੀਰ ਉਹਨੇ ਬਚਨ ਕਹੇ। ਸੰਤ ਜੋ ਲੱਛਣ ਦਿਓ ਬਤਾਏ। ਮਹਾਰਾਜ ਜਿਹੜੇ ਸੰਤ ਹੁੰਦੇ ਆ ਰੱਬ ਦੇ, ਸਾਧੂ ਫਕੀਰ ਦਰਵੇਸ਼, ਉਹਨਾਂ ਦੇ ਜਿਹੜੇ ਲੱਛਣ ਉਹ ਵੀ ਮੈਨੂੰ ਦੱਸ ਦਿਓ ਕਿ ਸੰਤ ਕੌਣ ਹੁੰਦੇ ਆ। ਉਂਝ ਦੇ ਸੰਤ ਬਹੁਤ ਬਣੇ ਫਿਰਦੇ ਆ, ਅਸਲੀ ਰੱਬ ਦੇ ਸੰਤ ਕਿਹੜੇ ਹੁੰਦੇ, ਉਹਨਾਂ ਦੇ ਲੱਛਣ ਚਿੰਨ੍ਹ, ਉਹਨਾਂ ਦੇ ਸੁਭਾਅ ਬਾਰੇ ਦੱਸ ਦਿਓ ਵੀ ਕੈਸਾ ਵਿਹਾਰ ਹੈ ਉਹਨਾਂ ਦਾ। ਕੈਸੋ ਤਿਨ ਆਚਾਰ ਵਿਵਹਾਰਾ। ਉਹਨਾਂ ਦਾ ਕੈਸਾ ਆਚਾਰ ਆਚਰਣ ਹੈ, ਵਿਹਾਰ ਕੈਸਾ, ਲੈਣ ਦੇਣ ਕਰਤੱਵ ਹੈ, ਉਹਨਾਂ ਦਾ ਆਚਾਰ ਕੈਸਾ ਹੈ। ਇਹ ਮਿਸ ਦੇ ਉਪਦੇਸ਼ ਸਿਖਾਰਾ। ਉਹਨਾਂ ਸੰਤਾਂ ਦੇ ਲੱਛਣ ਦੱਸਣ ਦੇ ਬਹਾਨੇ ਨਾਲ ਮਹਾਰਾਜ ਮੈਨੂੰ ਵੀ ਉਪਦੇਸ਼ ਦੇ ਦਿਓ ਵੀ ਉਹਨਾਂ ਸੰਤਾਂ ਦੇ ਜਿਹੜੇ ਲੱਛਣ ਦੱਸਣੇ, ਉਸ ਬਹਾਨੇ ਦੇ ਨਾਲ ਮੈਨੂੰ ਵੀ ਉਪਦੇਸ਼ ਦੇ ਦਿਓ, ਸੁਖ ਦੇਣ ਵਾਲਾ, ਜਿਸ ਕਰਕੇ ਮੈਂ ਵੀ ਸੌਖਾ ਹੋ ਜਾਵਾਂ ਤੇ ਜਾਣ ਜਾਵਾਂ। ਸ੍ਰੀ ਗੁਰ ਧਨਿਆ ਸਨਹਾ ਦੇਖਾਨਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਵੀ ਰੁਕਣ ਦੇਣ ਪੀਰ ਜੀ, ਤੁਸੀਂ ਕੰਨ ਦੇ ਕੇ ਭਾਵ ਧਿਆਨ ਦੇ ਨਾਲ ਸੁਣੋ ਸੰਤਾਂ ਦੇ ਲੱਛਣ। ਬਜ਼ੁਰਗ ਸਹਬਤ ਅਬਲ ਜਾਨਾ। ਜਿਹੜੀ ਬਜ਼ੁਰਗ ਕਹੀਏ, ਬਜ਼ੁਰਗ ਨਹੀਂ ਸੰਤ, ਇਹਦੇ ਅਰਥ ਲੈਣਾ ਵੀ ਸੰਤਾਂ ਦੀ ਜਿਹੜੀ ਸੰਗਤ ਹੈ ਉਹ ਪਹਿਲੀ ਉਹਦੀ ਗੱਲ ਜਾਣ ਲਓ। ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕੀਤੀ ਉਹਨਾਂ 'ਚ ਕਿਹੋ ਜਿਹੇ ਗੁਣ ਆ ਜਾਂਦੇ ਆ, ਜਾਂ ਵੀ ਜਿਹੜਾ ਸੰਤਾਂ ਦੀ ਸੰਗਤ, ਸੰਤ ਜਿਹੜੇ ਹੁੰਦੇ ਰੱਬ ਦੇ, ਉਹਨਾਂ ਦੀ ਪਹਿਲੀ ਗੱਲ ਕੀ ਹੈ, ਪਹਿਲਾ ਉਹਨਾਂ ਦਾ ਕੀ ਲੱਛਣ ਚਿੰਨ੍ਹ ਹੈ, ਉਹ ਜਾਣ ਲਓ, ਸੁਣ ਲਓ। ਦੋਹਰਾ ਪਰ ਗੁਣ ਸੁਨਤ ਪ੍ਰਸੰਨ ਹੋਵੇ। ਸੰਤ ਜਿਹੜੇ ਹੁੰਦੇ ਨਾ ਰੱਬ ਦੇ ਕਮਾਈ ਵਾਲੇ, ਕਿਰਤ ਘਾਲ ਕਮਾਈ ਵਾਲੇ, ਪਰਮੇਸ਼ਰ ਦਾ ਨਾਮ ਜਪਣ ਵਾਲੇ ਅਸਲੀ, ਉਂਝ ਦੇ ਸੰਤ ਬਹੁਤ ਹੈ। ਸੰਤ ਸਮੂਹ ਅਨੇਕ ਮੱਤੀ ਕੀ। ਅਸਲ ਜਿਹੜੇ ਰੱਬ ਦੇ ਸੰਤ, ਉਹਨਾਂ ਦਾ ਕੀ ਗੁਣ, ਪਹਿਲੀ ਗੱਲ ਉਹਨਾਂ ਦੀ ਕੀ ਹੈ, ਉਹ ਜਦੋਂ ਪਰਾਏ ਦੇ ਗੁਣ ਸੁਣਦੇ ਆ ਤੇ ਉਹ ਪ੍ਰਸੰਨ ਹੁੰਦੇ ਆ, ਖੁਸ਼ ਹੁੰਦੇ ਆ। ਪਰਾਏ ਵਿੱਚ ਗੁਣ ਹੋਣ ਤੇ ਉਹ ਸੜਦੇ ਮੱਚਦੇ ਨਹੀਂ, ਲਓ ਮੈਂ ਨਹੀਂ ਇਹ ਮੰਨਦਾ, ਇਹਨੂੰ ਇਹਦੇ ਵਿੱਚ ਔਗਣ ਆ। ਉਹ ਪਰਾਏ 'ਚ ਗੁਣ ਵੇਖ ਕੇ, ਪਰਾਏ ਦੇ ਗੁਣ ਵੇਖ ਕੇ, ਉਹਦੇ ਪਰਾਏ ਦੇ ਗੁਣ ਸੁਣ ਕੇ ਪ੍ਰਸੰਨ ਹੁੰਦੇ ਤੇ ਕਹਿੰਦੇ ਪਰਮੇਸ਼ਰ ਤੂੰ ਧੰਨ ਹੈ, ਇਹ ਚੰਗੀ ਰੂਹ ਹੈ ਜਿਹਨੂੰ ਤੂੰ ਚੰਗੇ ਗੁਣ ਬਖਸ਼ੇ ਹੈ। ਖੁਸ਼ ਪ੍ਰਸੰਨ ਹੁੰਦੇ ਪਰਾਏ ਦੇ ਗੁਣ ਸੁਣ ਕੇ ਸੰਤ। ਪੁਨ ਸੇਵਹ ਗੁਣਵਾਨ। ਫਿਰ ਉਹ ਗੁਣ ਵਾਲੇ ਪੁਰਸ਼ ਦੀ ਸੇਵਾ ਕਰਦੇ ਆ। ਜਿਹੜਾ ਗੁਣਾਂ ਵਾਲਾ ਪੁਰਸ਼ ਹੈ ਉਹਦੀ ਸੇਵਾ ਕਰਦੇ ਆ, ਉਹਦੇ ਅੱਗੇ ਪਿੱਛੇ ਹੋ ਕੇ ਉਹਦਾ ਸਤਿਕਾਰ ਕਰਦੇ ਸੰਤ ਮਹਾਤਮਾ। ਗੁਣ ਵਾਲੇ ਪੁਰਸ਼ ਦਾ ਇਹ ਨਹੀਂ ਵੀ ਉਹ ਅੱਜ ਕੱਲ੍ਹ ਦੇ ਸੰਤ ਦੇ ਮਾਇਆ ਵਾਲਿਆਂ ਦਾ ਸਤਿਕਾਰ ਕਰਦੇ, ਗੁਣਾਂ ਵਾਲਿਆਂ ਨੂੰ ਪਿਛਾਂਹ ਹੀ ਕੀਤਾ ਹੋਇਆ। ਕਿੰਨਾ ਵਿਦਵਾਨ ਹੋਵੇ, ਚੰਗੀ ਉਹ ਕਥਾ ਕਰਦਾ ਹੋਵੇ, ਕੁਝ ਵੀ ਕਰਦਾ ਹੋਵੇ, ਤੇ ਉਹਦੇ ਨਹੀਂ ਉਹਨਾਂ ਮੱਥੇ ਲੱਗਣਾ। ਅਤੇ ਜਿਹੜਾ ਕੋਈ ਹੋਵੇ ਉਹੋ ਜਿਹਾ
ਰਾਜਨੀਤੀ ਕੰਮ ਕਰਨ ਵਾਲਾ ਜਾਂ ਅੱਗੇ ਅੱਗੇ ਉਹਨਾਂ ਦੀ ਸਿਫਤ ਸਲਾਹਨਾ ਕਰਨ ਵਾਲਾ, ਉਹਨੂੰ ਉਹਨਾਂ ਬਹਿਜਾ ਖਲੋਜਾ ਆਖਣਾ, ਗੁਣ ਵਾਲੇ ਦੀ ਨਾ ਕੋਈ ਸੇਵਾ ਨਹੀਂ ਕਰਨੀ। ਇਵੇਂ ਜਿਹੜੇ ਸੰਤ ਹੁੰਦੇ ਉਹ ਗੁਣ ਵਾਲੇ ਪੁਰਸ਼ ਦੀ ਸੇਵਾ ਕਰਦੇ ਆ, ਔਗਣਾ ਵਾਲੇ ਨੂੰ ਤਿਆਗ ਦੇ ਪਿੱਛੇ ਕਰਦੇ ਐ। ਆਤਮ ਗਿਆਨ ਵਿਚਾਰਨਾ, ਆਤਮਾ ਕੀ ਹੈ, ਪਰਮਾਤਮਾ ਕੀ ਹੈ, ਮੇਰਾ ਸਵੈ ਸਰੂਪ ਕੀ ਹੈ, ਮੇਰਾ ਆਤਮ ਦਾ ਅੰਦਰ ਕੀ ਹੈ, ਇਸ ਦਾ ਉਹ ਗਿਆਨ ਦੀ ਵਿਚਾਰਨਾ ਕਰਦੇ ਗੁਰੂ ਦੇ ਰਾਹੀਂ। ਨਿਤ ਪ੍ਰਤ ਸੋ ਬੁੱਧਵਾਨ, ਇੱਕ ਦਿਨ ਨਹੀਂ ਕਰਦੇ ਵੀ ਆਤਮਾ ਕੀ ਪਰਮਾਤਮਾ ਕੀ, ਤੇ ਦੂਜੇ ਦਿਨ ਫਿਰ ਕੁਝ ਵੀ ਨਹੀਂ। ਨਿਤ ਪ੍ਰਤ ਹਮੇਸ਼ਾ ਇਹ ਵਿਚਾਰ ਕਰਦੇ ਵੀ ਮੇਰਾ ਜੋ ਪਰਮ ਆਤਮਾ ਹੈ, ਪਰਮੇਸ਼ਰ ਦੀ ਪਰਮ ਜੋਤ ਹੈ, ਉਹਦੇ ਵਿੱਚੋਂ ਜਿਹੜੀ ਜੋਤ ਇਸ ਸਰੀਰ ਦੇ ਅੰਦਰ ਹੈ, ਜਿਹੜੀ ਆਤਮਾ ਇਸ ਸਰੀਰ ਦੇ ਅੰਦਰ ਜੋ ਮੈਨੂੰ ਪਰਮੇਸ਼ਰ ਨੇ ਦਿੱਤਾ ਹੈ, ਵੀ ਇਹ ਕੀ ਹੈ ਤੇ ਉਹ ਪਰਮਾਤਮਾ ਕੀ ਹੈ, ਉਹਦੇ ਵਿੱਚ ਇਸ ਨੂੰ ਲੀਨ ਕਿਵੇਂ ਕਰਨਾ ਹੈ, ਉਹਦੇ ਵਿੱਚ ਇੱਕਮਿਕ ਕਿਵੇਂ ਕਰਨਾ, ਪਰਮਾਤਮਾ ਆਤਮਾ ਪਰਮਾਤਮਾ ਇੱਕੋ ਕਰ ਦੀ ਅਵਸਥਾ ਕਿਵੇਂ ਬਣਾਉਣੀ ਹੈ, ਇਹ ਜਿਹੜੀ ਵਿਚਾਰਨਾ ਕਰਨੀ ਹੈ ਹਮੇਸ਼ਾ ਉਹ ਕਰਦੇ ਆ, ਉਹ ਬੁੱਧੀ ਵਾਲੇ ਹੁੰਦੇ ਸੰਤ। ਚੌਪਈ ਮਨ ਦਿਆਲ ਨਿਤ ਸਮਤ ਵਿਚਾਰ ਹੈ, ਮਨ ਕਰਕੇ ਵੀ ਹਮੇਸ਼ਾ ਦਿਆਲੂ ਕਿਰਪਾਲੂ ਹੁੰਦੇ, ਦਿਆਲਤਾ ਵਾਲੇ ਹੁੰਦੇ ਆ, ਹਮੇਸ਼ਾ ਸ੍ਰੇਸ਼ਟ ਮਤ ਦੇ ਸ੍ਰੇਸ਼ਟ ਬੁੱਧੀ ਨਾਲ ਵਿਚਾਰ ਕਰਦੇ ਆ ਸਤ ਅਸਤ ਦੀ। ਪਰ ਤੀय ਦੇਖਨ ਚਖ ਹਟਕਾਰ ਹੈ, ਫਿਰ ਸੰਤਾਂ ਵਿੱਚ ਵੱਡਾ ਗੁਣ ਵੀ ਪਰਾਏ ਦੀ ਇਸਤਰੀ ਪਾਰਤਰੇ ਰੂਪ ਨਾਲ ਪੇਖੈ ਨੇਤਰ, ਪਰਾਏ ਦੀ ਇਸਤਰੀ ਨੂੰ ਦੇਖਣ ਵਿੱਚ ਉਹ ਆਪਣੇ ਜਿਹੜੇ ਨੇਤਰਾਂ ਨੂੰ ਉਹਨਾਂ ਨੂੰ ਮੋੜਦੇ ਰੋਕਦੇ ਆ, ਪਰਾਏ ਰੂਪ ਨੂੰ ਵੇਖਦੇ ਨਹੀਂ ਹਨ ਤੱਕ ਕੇ। ਨਰ ਕੁਕਰਮ ਭਵ ਮੈਂ ਜੋ ਰਚੇ, ਇਹ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਉੱਥੇ ਤੇ ਨਾਨਕਸਰ ਮਾਈਆਂ ਕੱਲੀਆਂ ਨੂੰ ਆਉਣ ਦਾ ਹੁਕਮ ਹੀ ਨਹੀਂ ਸੀ, ਹੁਣ ਤੇ ਸਾਰੇ ਜਾਂਦੇ ਨਾ, ਉਦੋਂ ਨਹੀਂ ਸੀ ਹੁਕਮ। ਮਹਾਂਪੁਰਸ਼ ਸਭ ਤੋਂ ਥੱਲੇ ਹੋ ਕੇ ਵਿਆਹ ਕਰਦੇ ਸੰਗਤ ਤੋਂ, ਉਹਨਾਂ ਥਾਂ ਧਰਤੀ 'ਚ ਨੀਵੇਂ ਹੋ ਕੇ ਬਹਿੰਦੇ ਸਨ ਸੰਗਤ ਤੋਂ ਵੀ, ਅਤੇ ਉਹ ਕੋਈ ਸਮਾਂ ਰੱਖਿਆ ਸੀ ਦਿਨ ਦਾ ਕੁਝ ਵੀ ਇੰਨੇ ਸਮੇਂ ਤੱਕ ਮਾਈਆਂ ਆ ਸਕਦੀਆਂ, ਪਰ ਆਉਣਾ ਕਹਿੰਦਾ ਆਪਣੇ ਮਾਂ ਪਿਓ ਨਾਲ, ਛੋਟੀਆਂ ਧੀਆਂ ਨੇ, ਅਤੇ ਜਿਹੜੀਆਂ ਵਿਆਹੀਆਂ ਔਰਤਾਂ ਆਪਣੇ ਪਤੀਆਂ ਨਾਲ ਆਉਣ, ਇਕੱਲੀ ਮਾਈ ਨਾਲ ਗੱਲ ਹੀ ਨਹੀਂ ਸੀ ਕਰਦੇ ਮਹਾਂਪੁਰਖ, ਐਵੇਂ ਉਹਨਾਂ ਦੀ ਅਵਸਥਾ ਸੀ। ਇੱਥੇ ਗੁਰੂ ਸਾਹਿਬ ਕਹਿ ਰਹੇ ਵੀ ਜਿਹੜੇ ਸੰਤ ਹੈ ਨਾ ਰੱਬ ਦੇ ਸੱਚੇ ਸੁੱਚੇ, ਉਹ ਪਰਾਏ ਦੀ ਇਸਤਰੀ ਦੇ ਰੂਪ ਵੇਖਣ ਨੂੰ ਆਪਣੇ ਨੇਤਰਾਂ ਨੂੰ ਮੋੜਦੇ ਰੋਕਦੇ ਨਹੀਂ ਵਹਿੰਦੇ। ਉਹ ਇਵੇਂ ਸੰਤ ਬਾਬਾ ਆਨੰਦ ਸਿੰਘ ਜੀ ਦੀ ਐਸੀ ਅਵਸਥਾ ਸੀ, ਬਹੁਤ ਮਹਾਨ, ਅਤੇ ਹਮੇਸ਼ਾ ਹੀ ਉਹ ਆਪਣੇ ਨੇਤਰਾਂ ਨੂੰ ਮੋੜ ਕੇ ਰੱਖਦੇ ਪਰਾਏ ਰੂਪ ਵੇਖਣ ਤੋਂ। ਨਰ ਕੁਕਰਮ ਭਵ ਮੈਂ ਜੋ ਰਚੇ, ਜਿਹੜੇ ਸੰਸਾਰੀ ਪੁਰਸ਼ ਖੋਟੇ ਕੰਮਾਂ ਵਿੱਚ ਰਚੇ ਲੱਗੇ ਫਸੇ ਹੋਏ ਆ, ਰਾਤ ਦਿਨ ਮਾੜੇ ਕੰਮ ਕਰਦੇ ਸਾਡੇ ਵਰਗੇ, ਤਿਨ ਕੋ ਸੰਗ ਕਰਨ ਤੇ ਬਚੇ, ਉਹਨਾਂ ਦੇ ਸੰਗ ਕਰਨ ਤੋਂ ਉਹ ਬਚੇ ਰਹਿੰਦੇ ਆ, ਪਿੱਛੇ ਰਹਿੰਦੇ ਆ। ਭਗਤ ਕਬੀਰ ਮਹਾਰਾਜ ਕਹਿੰਦੇ, ਕਬੀਰ ਸਾਗਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਦੂਰੋਂ ਹੀ ਕਹਿੰਦੇ ਭੱਜ ਜਾਓ ਜਿਹੜੇ ਇਹੋ ਜਿਹੇ ਸਾਗਤ ਰੱਬ ਤੋਂ ਟੁੱਟੇ ਮਾੜੇ ਕੰਮ ਕਰਨ ਵਾਲੇ। ਕਹਿੰਦੇ ਮਹਾਰਾਜ ਭਗਤ ਜੀ ਵੀ ਤੁਸੀਂ ਇੰਨਾ ਤੁਹਾਡੀ ਈਰਖਾ ਉਹਨਾਂ ਨਾਲ, ਉਹ ਸਾਗਤ ਵੀ ਨਿੰਦਕ ਵੀ ਮਨਮੁਖ ਵੀ ਤੇ ਉਹ ਪਰਮੇਸ਼ਰ ਨੇ ਪੈਦਾ ਕੀਤੇ ਆ, ਤੁਸੀਂ ਇੰਨਾ ਉਹਨਾਂ ਨਾਲ ਵੈਰ ਵਿਰੋਧ ਕਰਦੇ ਹੋ, ਇਹ ਕਿਉਂ? ਕਹਿੰਦੇ ਭਾਈ ਉਹ ਗੱਲ ਨਹੀਂ ਹੈ। ਦ੍ਰਿਸ਼ਟਾਂਤ ਦਿੱਤਾ ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਹਿੰਦੇ ਜੇ ਹੁਣ ਕਾਲਾ ਭਾਂਡਾ ਹੋਵੇ, ਚਿੱਟੇ ਕੱਪੜੇ ਪਾਏ ਹੁਣ, ਉਹਦੇ ਨਾਲ ਜੇ ਛੋਗੇ ਨਾ ਮਾੜਾ ਜਾਵੇ, ਉਹ ਕਾਲਖ ਨੇ ਲਿਹਾਜ਼ ਨਹੀਂ ਕਰਨਾ, ਉਹ ਲੱਗ ਹੀ ਜਾਣੀ ਹੈ ਚੋਲੇ ਨੂੰ। ਉਹਨੇ ਥੋੜ੍ਹੀ ਵੇਖਣਾ ਵੀ ਚਿੱਟਾ ਕੱਪੜਾ ਮੈਂ ਨਾ ਲੱਗਾ, ਅਤੇ ਲੱਗ ਜਾਂਦਾ ਦਾਗ। ਇਸੇ ਤਰ੍ਹਾਂ ਉਹ ਸਾਗਤ ਦੇ ਨਾਲ, ਉਹ ਖੋਟੇ ਕਰਮਾਂ ਵਾਲੇ ਨਾਲ ਜੇ ਮਿਲਾਂਗੇ, ਸ਼ਰਾਬੀ ਕਬਾਬੀ ਦੇ ਨਾਲ, ਨਸ਼ੇੜੀ ਦੇ ਨਾਲ, ਅਤੇ ਲੋਕ ਵੇਖਣ ਵਾਲਿਆਂ ਨੂੰ ਇਹ ਲੱਗੇਗਾ ਵੀ ਇਹ ਵੀ ਹੋ ਜਾਏ ਹੋਣਾ, ਅਤੇ ਫਿਰ ਦਾਗ ਲੱਗ ਜਾਏਗਾ, ਕਹਿਣਗੇ ਤਾਂ ਬਹਿਣਾ ਖਲੋਣਾ ਉਹਦੇ ਨਾਲ ਹੀ ਹੈ। ਤਾਂ ਕਰਕੇ ਭਗਤ ਜੀ ਨੇ ਵਰਜਿਆ, ਅਤੇ ਜਿਹੜੇ ਕੋਈ ਖੋਟੇ ਕਰਮ ਕਰਦੇ ਸੰਸਾਰ ਵਿੱਚ ਲੱਗੇ ਹੋਏ ਆ, ਉਹਨਾਂ ਦੇ ਨਾਲ ਸੰਗ ਕਰਨ ਤੋਂ ਬਚਦੇ ਆ ਸੰਤ ਮਹਾਤਮਾ ਪੂਰਨ। ਨਿਜ ਬਲ ਪਰ ਕੋ ਕਬ ਨਾ ਜਨਾਈ, ਫਿਰ ਜਿਹੜਾ ਆਪਣਾ ਬਲ ਸਰੀਰ ਦਾ
ਆਪਣਾ ਬਲ ਸ਼ਕਤੀ ਦਾ, ਆਪਣਾ ਬਲ ਸਾਧਨ ਦਾ ਉਹ ਨਹੀਂ ਜਣਾਉਂਦੇ। ਨਹੀਂ ਤੇ ਕਈ ਨੂੰ ਆਦਤ ਹੁੰਦੀ ਨਾ ਆਪਣੇ ਸਾਧਨ ਦਾ ਬਲ ਜਣਾਉਣਾ, ਵੀ ਮੈਂ ਜਿੰਨੇ ਸਾਧਨ ਕੀਤੇ ਇੰਨੇ ਸਾਧਨ ਕਿਹਨੇ ਕੀਤੇ, ਜਿੰਨੀ ਮੈਂ ਘਾਲ ਕਮਾਈ ਕੀਤੀ ਹੈ, ਜਿੰਨੀ ਮੈਂ ਮਸ਼ੱਕਤ ਕੀਤੀ ਹੈ, ਇਹ ਜਣਾਉਣਾ ਹੁੰਦਾ ਕਈਆਂ ਨੇ। ਜਾਂ ਕਹਿ ਦਿੰਦੇ ਨਾ ਕਈ, ਆਹ ਦੁਨਿਆਵੀ ਕੰਮ ਕਈਆਂ ਨੇ ਸਿੱਖਿਆ ਹੁੰਦਾ, ਉਹ ਵੀ ਕਹਿਣਗੇ ਲੈ ਜਦੋਂ ਮੈਂ ਸਿੱਖਦਾ ਸੀ ਨਾ ਮੈਂ ਤਾਂ ਬੜੀਆਂ ਕੁੱਟਾਂ ਮਾਰਾਂ ਖਾਧੀਆਂ, ਫੇਰ ਜਾ ਕੇ ਸਿੱਖਿਆ, ਤੁਹਾਨੂੰ ਤਾਂ ਮੈਂ ਕਹਿੰਦੇ ਹੀ ਕੁਝ ਨਹੀਂ ਹੈ। ਉਹ ਆਪਣਾ ਆਪ ਜਣਾਉਣਾ ਹੁੰਦਾ ਇੱਕ, ਕਿ ਮੈਂ ਤੈਨੂੰ ਕੁੱਟਣਾ ਸ਼ੁਰੂ ਕਰ ਦੇਣਾ ਥੋੜ੍ਹੇ ਦਿਨਾਂ ਤੱਕ। ਇਸੇ ਤਰ੍ਹਾਂ ਕਈਆਂ ਨੂੰ ਆਪਣੀ ਸ਼ਕਤੀ ਦਾ ਜਣਾਉਣ ਦਾ ਹੁੰਦਾ ਹੈ, ਜਿਵੇਂ ਭੰਗਰ ਨਾਥ, ਸ਼ੰਭੂ ਨਾਥ ਵਰਗੇ। ਗੁਰੂ ਨਾਨਕ ਸਾਹਿਬ ਜੀ ਤੁਸੀਂ ਕੀ ਹੋ, ਅਸੀਂ ਤਾਂ ਅੰਬਰਾਂ ਦੇ ਤਾਰੇ ਤੋੜ ਲਿਆਉਂਦੇ ਹਾਂ, ਮਿੰਟ ਨਹੀਂ ਲਾਉਂਦੇ, ਕਿੱਥੇ ਦੇ ਕਿੱਥੇ 7ਵੇਂ ਆਕਾਸ਼ ਚਲੇ ਜਾਈਦਾ ਹੈ, ਇੱਥੇ ਉੱਡ ਜਾਈਦਾ, ਤਾਂ ਤੁਸੀਂ ਸਾਡੇ ਅੱਗੇ ਕਿੰਨੀ ਤੁਹਾਡੀ ਤਾਕਤ ਹੈ। ਇਵੇਂ ਉਹ ਆਪਣੀ ਸ਼ਕਤੀ ਦਾ ਬਲ ਜਣਾਉਂਦੇ ਸਨ ਸਿੱਧਨਾਥ। ਇਸੇ ਤਰ੍ਹਾਂ ਸਰੀਰ ਦਾ ਬਲ ਜਣਾਉਣਾ, ਜਿਵੇਂ ਪੈਂਦੇ ਖਾਂ ਕਹਿੰਦਾ ਹੁੰਦਾ ਸੀ, ਕਹਿੰਦਾ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਦਾ ਤਾਂ ਥੱਲੇ ਡਿੱਗ ਪੈਂਦਾ, ਨਹੀਂ ਤਾਂ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਸਮੇਤ ਚੁੱਕ ਕੇ ਲੈ ਆਵਾਂ, ਇਵੇਂ ਕਹਿੰਦਾ ਹੁੰਦਾ ਸੀ। ਅਤੇ ਠੀਕ ਬਲ ਵੀ ਉਹਦੇ ਵਿੱਚ ਬਹੁਤ ਸੀ ਸਰੀਰਕ। ਇਵੇਂ ਗੁਰੂ ਸਾਹਿਬ ਜੀ ਦੇ ਨਾਲ ਉਹ ਭੇਟ ਵੀ ਕੀਤੀ ਹੈ, ਘੋੜੇ ਤੋਂ ਥੱਲੇ ਵੀ ਮਹਾਰਾਜ ਨੂੰ ਇਵੇਂ ਇੱਕ ਨੇ ਲਾ ਦਿੱਤਾ ਸੀ, ਪਰ ਜਦੋਂ ਗੁਰੂ ਜੀ ਨੇ ਉਹ ਢਾਲ ਜੀ ਛੱਡੀ ਹੈ ਫਿਰ ਗਸ਼ ਖਾ ਕੇ ਉੱਥੇ ਡਿੱਗ ਪਿਆ ਸੀ। ਐਵੇਂ ਪੈਂਦੇ ਖਾਂ ਦੇ ਵੀ 2 ਚੀਰੇ ਕੀਤੇ ਸਨ ਟੇਢੇ ਰੋਖ ਮਹਾਰਾਜ ਜੀ ਨੇ। ਇਹ ਨਿਜ ਬਲ ਪਰ ਕੋ ਕਵ ਨਾ ਜਨਾਈ, ਵੀ ਜਿਹੜੇ ਫਿਰ ਸੰਤ ਹੁੰਦੇ ਆਪਣੇ ਬਲ ਨੂੰ, ਸਰੀਰਕ ਬਲ ਨੂੰ, ਸਾਧਨ ਦੇ ਬਲ ਨੂੰ, ਸ਼ਕਤੀ ਦੇ ਬਲ ਨੂੰ ਕਦੀ ਨਹੀਂ ਜਣਾਉਂਦੇ। ਸ਼ਤਰ ਮੀਤ ਵਿਖੈ ਸਮਤਾਈ, ਉਹ ਇਵੇਂ ਹੁੰਦੇ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਅਤੇ ਇਵੇਂ ਦਾ ਉਹਨਾਂ ਸੰਤਾਂ ਦਾ ਸੁਭਾਅ ਹੁੰਦਾ ਵੀ ਮਤ ਹੁੰਦਿਆਂ ਹੋਇਆਂ ਵੀ ਇਆਣੇ ਰਹਿੰਦੇ ਹੈ, ਬਲ ਹੁੰਦਿਆਂ ਹੋਇਆਂ ਵੀ ਨਿਤਾਣੇ ਰਹਿੰਦੇ ਹੈ। ਇਵੇਂ ਉਹ ਭਗਤ ਸਤਾਉਂਦੇ ਆ ਆਪਣੇ ਆਪ ਨੂੰ ਮਹਾਤਮਾ। ਫਿਰ 70 ਮੀਤ ਵਿਖੈ ਸਮਤਾਈ, ਵੈਰੀ ਆ ਜਾਏ ਮਿੱਤਰ ਆ ਜਾਏ, ਸਾਰਿਆਂ ਵਿੱਚ ਸਮਦ੍ਰਿਸ਼ਟੀ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਾਨਾਈ। ਇਹ ਸੰਤਾਂ ਦੀ ਅਵਸਥਾ ਮਹਾਰਾਜ ਦੱਸ ਰਹੇ ਵੀ ਐਸੇ ਸੰਤ ਹੁੰਦੇ ਆ। ਵੈਰੀ ਆ ਜਾਏ ਮੁੱਖ ਨਹੀਂ ਮੋੜ ਲੈਂਦੇ, ਮਿੱਤਰ ਆ ਜਾਏ ਤਾਂ ਉਹਨੂੰ ਕਹਿੰਦੇ ਨਹੀਂ ਬਹਿ ਜਾ ਖਲੋ ਜਾ, ਬਰਾਬਰ ਹੀ ਰੱਖਦੇ ਦ੍ਰਿਸ਼ਟੀ। ਸ਼ੋਕ ਹਰਖ ਪਨ ਮਾਨ ਅਮਾਨੋ, ਜੇ ਕੋਈ ਪਦਾਰਥ ਆ ਜਾਏ ਤਾਂ ਖੁਸ਼ੀਆਂ ਨਹੀਂ ਮਨਾਉਂਦੇ, ਜੇ ਕੋਈ ਵਡਿਆਈ ਕਰੇ ਉਹ ਹਰ ਖੁਸ਼ੀ ਨਹੀਂ ਮਨਾਉਂਦੇ, ਨੱਚਦੇ ਨਹੀਂ ਹੈ, ਟੱਪਦੇ ਨਹੀਂ ਹੈ। ਕੋਈ ਜਨਮ ਲੈ ਲਵੇ ਘਰ ਧੀ ਪੁੱਤ ਹੋ ਜਾਏ ਅਤੇ ਐਵੇਂ ਉਹ ਨੱਚਦੇ ਨਹੀਂ ਹੈ ਬਾਹਾਂ ਕੱਢ ਕੱਢ ਕੇ। ਜੇ ਕੋਈ ਮਰ ਜਾਏ ਉਹ ਗਮ ਨਹੀਂ ਕਰਦੇ, ਪਦਾਰਥ ਚਲੇ ਜਾਣ ਗਮ ਨਹੀਂ ਕਰਦੇ। ਇਸੇ ਤਰ੍ਹਾਂ ਕੋਈ ਅਪਮਾਨ ਕਰ, ਵਡਿਆਈ ਨਾ ਕਰੇ, ਸਤਿਕਾਰ ਨਾ ਕਰੇ ਤਾਂ ਨਹੀਂ ਉਹ ਗਮ ਕਰਦੇ। ਹਰਖ ਸੋਗ ਤੈ ਰਹਿ ਨਿਆਰੋ, ਨਾਹੇ ਮਾਨ ਪਮਾਨਾ, ਤੈਸਾ ਹਰਖ ਤੈਸਾ ਉਸ ਸੋਗ। ਇੱਕ ਬਰਾਬਰ ਹੀ ਰਹਿੰਦੇ। ਜੇ ਖੁਸ਼ੀ ਨਹੀਂ ਕਰਦੇ ਬਹੁਤੀ, ਕੋਈ ਚੜ੍ਹਦੀ ਕਲਾ ਹੋ ਜੇ, ਕੋਈ ਘਰ ਵਿੱਚ ਬੱਚੇ ਪੈਦਾ ਹੋ ਜਾਣ ਅਤੇ ਕੋਈ ਵਿਆਹ ਆ ਜੇ, ਨੱਚਦੇ ਟੱਪਦੇ ਨਹੀਂ ਬਹੁਤਾ। ਇਸੇ ਤਰ੍ਹਾਂ ਜੇ ਕੋਈ ਚਲਿਆ ਜਾਏ, ਮਰ ਖੱਪ ਜਾਏ ਤਾਂ ਉਹ ਗਮ ਨਹੀਂ ਕਰਦੇ। ਫਿਰ ਮਾਣ ਅਪਮਾਨੂ, ਕੋਈ ਉਹਨਾਂ ਦਾ ਮਾਣ ਸਤਿਕਾਰ ਕਰ ਦੇਵੇ, ਖੁਸ਼ ਨਹੀਂ ਹੁੰਦੇ, ਅਪਮਾਨ ਕਰ ਦੇਵੇ, ਗਮੀ ਨਹੀਂ ਕਰਦੇ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਬਮਾਨਾਂ ਦੀ ਅਵਸਥਾ ਹੁੰਦੀ ਹੈ। ਦੁੱਖ ਸੁਖ ਇਨ ਮਹਿ ਰਹਤ ਸਮਾਨੋ, ਦੁੱਖ ਹੋਵੇ ਸੁੱਖ ਵਿੱਚ ਹੋਵੇ, ਇਹਦੇ ਵਿੱਚ ਇੱਕ ਸਮਾਨ ਰਹਿੰਦੇ। ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਹੇ ਮਨੁੱਖ, ਜਿੱਥੇ ਬੋਲਣ ਹਾਲੀਆ ਤਿੱਥੇ ਚੰਗੀ ਚੁੱਪ। ਮਹਾਰਾਜ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਹੈ, ਜੇ ਦੁੱਖ ਆ ਗਿਆ ਤਾਂ ਚਲੋ ਸਾਡੇ ਕਰਮਾਂ ਕਰਕੇ ਆ ਗਿਆ ਹੈ, ਜੇ ਸੁੱਖ ਆ ਗਿਆ ਤੇਰੀ ਕਿਰਪਾ ਹੈ। ਸੰਸਾਰੀ ਲੋਕਾਂ ਵਾਂਗ ਇਹ ਨਹੀਂ ਕਹਿੰਦੇ ਮੈਂ ਕਮਾਈ ਕੀਤੀ ਆ ਜੀ, ਆ ਥੋੜ੍ਹੀ ਕੀਤੀ ਕਮਾਈ, 6 ਮਹੀਨੇ ਮਿੱਟੀ ਨਾਲ ਮਿੱਟੀ ਹੋਇਆ, ਐਵੇਂ ਥੋੜ੍ਹੀ ਸੁੱਖ ਮੰਨਣ ਡਿਆ। ਇਹ ਨਹੀਂ ਕਹਿਣਾ ਵੀ ਗੁਰੂ ਨੇ ਕੀਤਾ ਹੈ, ਕਹਿੰਦਾ ਮੈਂ ਕੀਤਾ 6 ਮਹੀਨੇ ਮਰ ਖੱਪ ਕੇ। ਜੇ ਦੁੱਖ ਆ ਗਿਆ ਇਹ ਉਦੋਂ ਵੀ ਤਾਂ ਤੂੰ ਮਿਹਨਤ ਕੀਤੀ ਹੁੰਦੀ ਹੈ, ਜਦੋਂ ਤੇਰਾ ਕੁਝ ਰਹਿੰਦਾ ਨਹੀਂ ਹੈ, ਫਸਲ ਬਾੜੀ ਉੱਡ ਉੱਡ ਜਾਂਦੀ ਹੈ, ਉਦੋਂ ਵੀ ਤਾਂ ਤੂੰ ਮਿਹਨਤ ਕੀਤੀ, ਉਦੋਂ ਤੇਰਾ ਫਲ ਕਿੱਥੇ ਜਾਂਦਾ ਹੈ। ਪਰ ਉਦੋਂ ਦੁੱਖ ਆ ਗਿਆ ਫਿਰ ਰੱਬ ਨੂੰ ਗਾਲਾਂ, ਮੀਂਹ ਪਾਤਾ, ਝੱਖੜ ਆ ਗਿਆ ਜੀ, ਆਹ ਤਾਂ ਬੜਾ ਨੁਕਸਾਨ ਕਰ ਦਿੱਤਾ। ਐਵੇਂ ਉਹ ਅਸੀਂ ਦੁੱਖ ਵਿੱਚ ਰੋਂਦੇ ਹਾਂ, ਸੁੱਖ ਵਿੱਚ ਹੱਸਦੇ ਹਾਂ। ਸੰਤ ਦੁੱਖ ਸੁੱਖ ਵਿੱਚ
ਇੱਕ ਸਮਾਨ ਰਹਿੰਦੇ ਹਨ ਪੀਰ ਰੁਕਣ ਦੀਨ ਜੀ। ਸਿਫਤ ਪਰਮੇਸ਼ਰ ਨਿਸ ਦਿਨ ਗਾਵਹ। ਫਿਰ ਉਹ ਪਰਮੇਸ਼ਰ ਦੀ ਜਿਹੜੀ ਸਿਫਤ ਸਲਾਹ ਰਾਤ ਦਿਨ ਗਾਉਂਦੇ, ਦਿਨ ਬਿਸਰੋ ਨਹੀਂ ਰਾਤ, ਉਠਤ ਬੈਠਤ ਸੋਵਤ ਨਾਮ, ਉਠਤ ਹਰ ਹਰ ਬੈਠਤ ਹਰ ਹਰ ਮਾਰਗ, ਚਲਤ ਹਰੇ ਹਰ ਗਾਈਏ ਅਵਸਥਾ ਹੁੰਦੀ ਹੈ ਸੰਤਾਂ ਦੀ। ਨਾਮ ਸੰਗ ਨਿਜ ਬੇਸ ਬਿਤਾਵਹ। ਬੇਸ ਨਹੀਂ ਤੇ ਬੈਸ ਪਾਠ ਕਰਨਾ ਦਲਾਵਾਂ ਨਾਲ, ਨਾਮ ਦੇ ਨਾਲ ਹੀ ਸਾਰੀ ਉਮਰ ਆਪਣੀ ਬਤੀਤ ਕਰਦੇ ਹੀ ਸਮਝਦੇ ਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਨ ਕਾਲੇ ਦੇਹ ਸੰਜਰੀਆ, ਭਈ ਪਾਰਾ ਉਪਤ ਮਾਨੁਖ ਦੇਹਰੀਆ, ਅਵਰ ਕਾਜ ਤਰੀਕੇ ਤੇ ਨਾ ਕਾ ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਾਨਸ ਜਨਮ ਕਾ ਇਹੀ ਲਾਹੋ, ਭਜੋ ਗੋਬਿੰਦ ਭੂਰ ਮਤ ਜਾਹੋ। ਇਵੇਂ ਉਹ ਸਮਝ ਕੇ ਜਿਹੜਾ ਸਾਰੀ ਉਮਰ ਨਾਮ ਵਿੱਚ ਹੀ ਬਿਤਾਉਂਦੇ ਲਗਾਉਂਦੇ ਐ। ਅਸ ਕਹਿ ਸ੍ਰੀ ਗੁਰ ਕਿਰਪਾ ਨਿਧਾਨਾ। ਇਸ ਤਰ੍ਹਾਂ ਕਹਿ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਾਰੇ ਕਿਰਪਾ ਦੇ ਖਜ਼ਾਨੇ ਜੋ ਸਤਿਗੁਰੂ ਹੈ, ਸੰਤਾਂ ਦੇ ਐਸੇ ਲੱਛਣ ਚਿੰਨ੍ਹ ਕਹਿ ਕੇ ਵੀ ਰੋਕਣ ਦੇਣ ਪੀਰ ਜੀ। ਇਹ ਸੰਤ ਦਰਵੇਸ਼ ਫਕੀਰ ਰੱਬ ਦੇ ਪਿਆਰੇ ਜਨ ਭਗਤ ਹੁੰਦੇ ਆ। ਹਾਜ਼ਰ ਨਾਮਾ ਕੀਨ ਬਖਾਨਾ। ਉਸ ਵੇਲੇ ਤਲੰਗ ਰਾਗ ਦੇ ਵਿੱਚ ਹਾਜ਼ਰਨਾਮਾ ਸਿਰਲੇਖ ਦੇ ਹੇਠ ਬਾਣੀ ਦਾ ਇੱਕ ਸ਼ਬਦ ਉਚਾਰ ਕੇ ਗੁਰੂ ਜੀ ਨੇ ਕਥਨ ਕੀਤਾ। ਤਿਲੰਗ ਮਹੱਲਾ ਪਹਿਲਾ, ਹਾਜ਼ਰਾ ਕੋ ਮਿਹਰ ਹੈ। ਤਲੰਗ ਜਿਹੜਾ ਰਾਗ ਹੈ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਹਾਜ਼ਰਨਾਮਾ ਸਿਰਲੇਖ ਹੇਠ ਇਹ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਸੁਭਾਏਮਾਨ ਨਹੀਂ ਹੈ। ਉਂਝ ਇੱਥੇ ਇਤਿਹਾਸ ਵਿੱਚ ਭਾਈ ਬਾਲਾ ਵਾਲੀ ਵਿਸਾਖੀ ਵਿੱਚ ਆਉਂਦਾ ਹੈ, ਹਾਜ਼ਰਾ ਕੋ ਮਿਹਰ ਹੈ। ਮਹਾਰਾਜ ਕਹਿੰਦੇ ਵੀ ਵੇਖੋ ਪੀਰੋ, ਜਿਹੜਾ ਹਾਜ਼ਰ ਹੈ ਨਾ ਮਨ ਕਰਕੇ, ਉਹਨਾਂ ਤੇ ਪਰਮੇਸ਼ਰ ਦੀ ਬੜੀ ਮਿਹਰਬਾਨੀ ਹੈ, ਬੜੀ ਮਿਹਰ ਦਇਆ ਹੈ। ਸਰੀਰ ਕਰਕੇ ਭਾਵੇਂ ਨਾ ਵੀ ਹਾਜ਼ਰ ਹੋਵੇ, ਮਨ ਕਰਕੇ ਜ਼ਰੂਰ ਜਿਹੜਾ ਹਾਜ਼ਰ ਹੈ ਖੁਦਾ ਦੀ ਹਾਜ਼ਰੀ ਵਿੱਚ, ਹਾਜ ਕੇ ਹਾਜ਼ਰ ਹਜ਼ੂਰ ਹੈ ਕਿ ਜ਼ਾਹਰਾ ਜ਼ਹੂਰ ਹੈ। ਜਿਹੜਾ ਇਸ ਤਰ੍ਹਾਂ ਸਮਝ ਕੇ ਰਹਿੰਦਾ ਹੈ ਵੀ ਚਲੋ ਸਰੀਰ ਕਰਕੇ ਭਾਵੇਂ ਕਈ ਇੱਥੇ ਸੰਗਤ 'ਚ ਨਹੀਂ ਹੁੰਦੇ, ਪਰ ਮਨ ਕਰਕੇ ਕਈ ਘਰ ਬੈਠੇ ਵੀ ਸੁਣਦੇ ਹੈ ਅਤੇ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ। ਅਤੇ ਜਿਹੜਾ ਜੇ ਆਪਾਂ ਸੰਗਤ 'ਚ ਬੈਠੇ ਹਾਂ ਉਹਨਾਂ ਦੀ ਬੜੀ ਵਡਿਆਈ ਵੱਡੀ ਹੈ, ਪਰ ਜੇ ਸੰਗਤ 'ਚ ਬੈਠ ਕੇ ਮਨ ਕਰਕੇ ਨਹੀਂ ਨਾ ਹਾਜ਼ਰ, ਸਰੀਰ ਕਰਕੇ ਤਾਂ ਭਾਵੇਂ ਹਾਜ਼ਰ ਹੀ ਹੈ ਵੀ ਬੈਠਾ ਇੱਥੇ ਹੈ, ਪਰ ਮਨ ਉਹਦਾ ਵਿਚਾਰੇ ਦਾ ਘਰ ਗਿਆ ਹੈ, ਮਨ ਉਹਦਾ ਕੰਮ 'ਚ ਗਿਆ ਹੈ, ਅਤੇ ਉਹ ਹਾਜ਼ਰੀ ਨਹੀਂ ਹੁੰਦੀ। ਹਾਜ਼ਰੀ ਉਹ ਹੈ ਜਿੱਥੇ ਬੈਠੇ ਹਾਂ ਉੱਥੇ ਬਿਲਕੁਲ ਹਾਜ਼ਰ ਹੋਈਏ, ਜੋ ਸੁਣਦੇ ਹਾਂ ਬਸ ਉੱਥੇ ਹੀ ਚਿੱਤ ਹੋਵੇ, ਮਨ ਹੋਵੇ। ਗੁਰੂ ਸਾਹਿਬ ਜਿਵੇਂ ਗੁਰਮਤਿ ਦਾ ਸਿਧਾਂਤ ਦੇ ਕੇ ਇਹ ਕਹਿ ਰਹੇ ਹੈ ਵੀ ਜਿਹੜੇ ਮਨ ਕਰਕੇ ਹਾਜ਼ਰਾ ਕੋ ਮਿਹਰ ਹੈ, ਜਿਹੜੇ ਮਨ ਕਰਕੇ ਹਾਜ਼ਰ ਹੈ, ਸਰੀਰ ਕਰਕੇ ਭਾਵੇਂ ਨਹੀਂ ਹਾਜ਼ਰ, ਅਤੇ ਉਹਨਾਂ ਦਾ ਧਿਆਨ ਹੈ, ਉਹਨਾਂ ਦੇ ਉੱਪਰ ਪਰਮੇਸ਼ਰ ਦੀ ਮਿਹਰਬਾਨੀ ਹੋ ਜਾਂਦੀ ਹੈ, ਬੜੀ ਮਿਹਰ ਦਇਆ ਹੁੰਦੀ ਹੈ। ਬੇਹਾਜ਼ਰਾ ਕੋ ਬੇਮਿਹਰ ਹੈ। ਪਰ ਜਿਹੜੇ ਬੇਹਾਜ਼ਰ ਹੈ, ਮਨ ਕਰਕੇ ਹਾਜ਼ਰ ਨਹੀਂ ਹੈ, ਸਰੀਰ ਕਰਕੇ ਹਾਜ਼ਰ ਹੈ, ਉਹਨਾਂ ਦੇ ਉੱਪਰ ਪਰਮੇਸ਼ਰ ਦੀ ਮਿਹਰ ਨਹੀਂ ਹੈ, ਕੋਈ ਦਇਆ ਨਹੀਂ ਹੈ, ਉਹਨਾਂ 'ਤੇ ਤਾਂ ਕਰੋਪੀ ਹੈ ਗੁਰੂ ਪਰਮਾਤਮਾ ਦੀ, ਖੁਦਾ ਦੀ। ਕਿਉਂਕਿ ਜਿਵੇਂ ਇੱਕ ਦੋਵੇਂ ਪਾਤਸ਼ਾਹ ਵੇਲੇ ਵੀ ਸਮਾਂ ਹੁੰਦਾ ਜਦੋਂ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਗਏ ਸੀ, ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਰਹਿੰਦੇ, ਨੇੜੇ ਪਿੰਡ ਦੇ ਵਿੱਚ ਇੱਕ ਉੱਥੇ ਰਾਸ ਲੀਲਾ ਪੈ ਰਹੀ ਸੀ, ਨਾਚ ਗਾਣਾ ਕਿਤੇ ਹੋ ਰਿਹਾ ਸੀ। ਕੁਝ ਕੁ ਸਿੱਖਾਂ ਦੇ ਮਨ 'ਚ ਆ ਗਏ ਵੀ ਆਪਾਂ ਵੀ ਜਾ ਕੇ ਵੇਖੀਏ, ਮਹਾਰਾਜ ਤੇ ਬਿਰਾਜਮਾਨ ਹੈ, ਤਖਤਾਂ 'ਤੇ ਵਿਸ਼ਰਾਮ ਕਰ ਰਹੇ, ਚਲੋ ਆਪਾਂ ਵੇਖ ਹੀ ਆਈਏ ਅੱਜ। ਉਹ ਕੁਝ ਕੁ ਜਾਣੇ ਜਿਹੜੇ ਚਲੇ ਗਏ ਉੱਥੇ ਵੇਖਣ, ਚਲੇ ਤੇ ਗਏ, ਪਰ ਉਹ ਜਿਹੜੀ ਲੀਲਾ ਵੇਖਣ ਗਏ ਉਹ ਤਾਂ ਵੇਖਣ ਨਾ, ਮਨ ਕਰਕੇ ਡਰੀ ਜਾਣ ਵੀ ਜੇ ਗੁਰੂ ਸਾਹਿਬ ਜੀ ਨੂੰ ਪਤਾ ਲੱਗ ਗਿਆ ਤਾਂ ਸਾਡਾ ਬਹੁਤ ਉੱਥੇ ਬਾਅਦ ਵਿੱਚ ਸਾਡੀ ਹੋਣੀ ਹੈ। ਗੁਰੂ ਸਾਹਿਬ ਜੀ ਨੂੰ ਕੀ ਦੱਸਾਂਗੇ ਕਿੱਧਰ ਗਏ ਸਾਂ ਰਾਤ। ਉਹ ਉੱਥੇ ਇਹੀ ਗੱਲਾਂ ਕਰੀ ਜਾਣ, ਉਹਨਾਂ ਦੇ ਉੱਧਰ ਧਿਆਨ ਹੀ ਨਹੀਂ ਵੀ ਵੇਖਣਾ ਹੀ ਵੇਖ ਲਈ। ਜਿਹੜੇ ਇੱਧਰ ਪਹਿਰੇ 'ਤੇ ਸਨ ਉਹਨਾਂ ਦਾ ਧਿਆਨ ਉੱਧਰ, ਕਹਿੰਦੇ ਉਹ ਗੁਰੂ ਸਾਹਿਬ ਜੀ 'ਤੇ ਸੁੱਤੇ ਹੋਏ ਸਨ, ਅਤੇ ਜੇ ਆਪਾਂ ਚਲੇ ਜਾਂਦੇ
ਤੇ ਚਲੋ ਕੁਝ ਵੇਖ ਹੀ ਆਉਂਦੇ ਆ, ਉਹਨਾਂ ਨੂੰ ਆਨੰਦ ਹੈ, ਹੁਣ ਉਹ ਵੇਖਣਗੇ, ਅਸੀਂ ਤੇ ਇੱਥੇ ਬੈਠੇ ਐਵੇਂ ਹੀ, ਮਹਾਰਾਜ ਨੂੰ ਕਿਹੜਾ ਪਤਾ ਲੱਗਣਾ। ਐਵੇਂ ਉਹ ਗੱਲਾਂ ਕਰੀ ਜਾਣ। ਰਾਤ ਬੀਤ ਗਈ ਉਹਨਾਂ ਦੀ, ਉਹਦੇ ਲੀਲਾ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਚੇਤੇ ਕਰਦੇ ਰਹੇ ਮਨ ਕਰਕੇ। ਇੱਧਰ ਸਰੀਰ ਕਰਕੇ ਤੇ ਹਾਜ਼ਰ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਹੈ, ਮਨਾ ਕਰਕੇ ਉੱਥੇ ਲੀਲਾ ਜੀ ਪਹੁੰਚੇ ਹੋਏ ਹੈ। ਗੁਰੂ ਸਾਹਿਬ ਜੀ ਸਵੇਰੇ ਜਦੋਂ ਸਮਾਧੀ ਇੱਥੋਂ ਉਥਾਨ ਹੋਏ, ਭਾਵ ਮਹਾਰਾਜ ਵਿਸ਼ਰਾਮ ਤੋਂ ਉੱਠੇ ਹੈ, ਫਿਰ ਗੁਰੂ ਇਹ ਸਿੱਖ ਵੀ ਵਾਪਸ ਆ ਗਏ। ਮਹਾਰਾਜ ਕਹਿੰਦੇ ਭਾਈ ਰਾਤੀ ਕੌਣ ਹਾਜ਼ਰ ਹੈ ਤੇ ਕਿਹੜਾ ਗੈਰ ਹਾਜ਼ਰ ਹੈ? ਉਹ ਸਿੱਖ ਜਿਹੜੇ ਪਹਿਰੇ 'ਤੇ ਸਨ ਕਹਿੰਦੇ ਮਹਾਰਾਜ ਅਸੀਂ ਹਾਜ਼ਰ ਹਾਂ ਇੱਥੇ, ਆ ਬਾਕੀ ਤੇ ਨਹੀਂ ਸੀ ਹਾਜ਼ਰ, ਤੇ ਚਲੇ ਗਏ ਸਨ ਇੱਥੋਂ। ਗੁਰੂ ਮਹਾਰਾਜ ਕਹਿੰਦੇ ਵੀ ਹਾਂਜੀ ਭਾਈ ਕਿਸ ਤਰ੍ਹਾਂ ਤੁਸੀਂ ਦੱਸੋ? ਕਹਿੰਦੇ ਮਹਾਰਾਜ ਹਾਂਜੀ ਐਵੇਂ ਸੀ, ਐਵੇਂ ਗਏ ਸਾਂ, ਗਲਤੀ ਹੋ ਗਈ। ਗੁਰੂ ਸਾਹਿਬ ਜੀ ਨੇ ਉਸ ਵੇਲੇ ਕਿਹਾ ਵੀ ਆ ਜਿਹੜੇ ਕਹਿੰਦੇ ਨਾ ਹਾਜ਼ਰ, ਮਹਾਰਾਜ ਕਹਿੰਦੇ ਜਿਹੜੇ ਹਾਜ਼ਰ ਉਹ ਗੈਰ ਹਾਜ਼ਰ, ਜਿਹੜੇ ਗੈਰ ਹਾਜ਼ਰ ਉਹ ਹਾਜ਼ਰ। ਇਹ ਸਿੱਖ ਕਹਿੰਦੇ ਮਹਾਰਾਜ ਇਹ ਕੀ? ਅਸੀਂ ਤੇ ਪਹਿਰੇ ਦੇ ਰਾਤ ਥੱਕ ਗਏ ਹਾਂ, ਤੁਸੀਂ ਕਹਿੰਦੇ ਗੈਰ ਹਾਜ਼ਰ, ਹਾਜ਼ਰ ਤੇ ਹਾਜ਼ਰ ਗੈਰ ਹਾਜ਼ਰ। ਗੁਰੂ ਸਾਹਿਬ ਕਹਿੰਦੇ ਤੁਹਾਡਾ ਭਾਈ ਮਨ ਨਹੀਂ ਸੀ ਇੱਥੇ ਹਾਜ਼ਰ, ਤੁਸੀਂ ਲੀਲਾ 'ਚ ਪਹੁੰਚੇ ਹੋਏ ਹੋ, ਅਤੇ ਜਿਹੜੇ ਉੱਥੇ ਗਏ ਆ ਉਹਨਾਂ ਦਾ ਮਨ ਇੱਥੇ ਹਾਜ਼ਰ ਹੈ। ਵੀ ਗੁਰੂ ਸਾਹਿਬ ਜੀ ਨੂੰ ਕੀ ਜਵਾਬ ਦੇਣਾ? ਕਿ ਤੁਹਾਨੂੰ ਇਹ ਸੀ ਵੀ ਗੁਰੂ ਵਿਸ਼ਰਾਮ ਕਰ ਰਹੇ ਅਤੇ ਉੱਥੇ ਜਾ ਕੇ ਵੇਖੀਏ ਕੁਝ, ਐਵੇਂ ਤੁਸੀਂ ਹਾਜ਼ਰ ਨਹੀਂ ਸਨ। ਐਵੇਂ ਗੁਰੂ ਸਾਹਿਬ ਇੱਥੇ ਉਹ ਪੱਖ ਲੈ ਕੇ ਵੀ ਜਿਹੜੇ ਮਨ ਕਰਕੇ ਹਾਜ਼ਰ ਉਹਨਾਂ 'ਤੇ ਪਰਮੇਸ਼ਰ ਦੀ ਮਿਹਰ ਦਇਆ ਹੈ, ਜਿਹੜੇ ਬੇਹਾਜ਼ਰ ਹੈ ਮਨ ਕਰਕੇ ਸਰੀਰ ਕਰਕੇ ਭਾਵੇਂ ਹਾਜ਼ਰ ਹੀ ਹੈ, ਉਹਨਾਂ 'ਤੇ ਮਹਾਰਾਜ ਦੀ ਬੇਮਿਹਰ ਹੈ। ਭਾਵ ਕੋਈ ਮਿਹਰ ਨਹੀਂ, ਕੋਈ ਦਇਆ ਨਹੀਂ, ਕੋਈ ਕਿਰਪਾ ਨਹੀਂ, ਕਰੋਪੀ ਹੈ ਸਗੋਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਸੁਲਤਾਨਪੁਰ ਲੋਧੀ ਨਵਾਬ ਦੌਲਤ ਖਾਨ ਨੂੰ ਕਿਹਾ ਵੀ ਤੂੰ ਤੇ ਕਾਬਲ ਕੰਧਾਰ ਵਿੱਚ ਘੋੜੇ ਖਰੀਦਦਾ ਫਿਰਦਾ, ਸੌਦਾਗਰੀ ਕਰਦਾ ਫਿਰਦਾ, ਤੇਰਾ ਤੇ ਮਨ ਬਸੀਤ ਇੱਥੇ ਨਮਾਜ਼ ਵਿੱਚ ਹੈ ਹੀ ਨਹੀਂ, ਨਾ ਤੂੰ ਮਨ ਕਰ ਸਰੀਰ ਕਰਕੇ ਇੱਥੇ ਆ, ਸਰੀਰ ਕਰਕੇ ਇੱਥੇ, ਮਨ ਕਰਕੇ ਨਹੀਂ ਤੂੰ ਇੱਥੇ। ਉਹ ਕਾਜੀ ਨੂੰ ਕਿਹਾ ਵੀ, ਉਹ ਕਾਜੀ ਕਹਿੰਦਾ ਵੀ ਮੈਂ ਇੱਥੇ ਹੀ ਹਾਂ, ਅਤੇ ਕਾਜੀ ਨੂੰ ਗੁਰੂ ਸਾਹਿਬ ਕਹਿੰਦੇ ਤੂੰ ਕਿੱਥੇ ਹਾਂ? ਇਹ ਕਾਜ਼ੀਆ ਤੂੰ ਵੀ ਆਪਣੇ ਘਰ ਉਹ ਵਿਸ਼ੇਰੀ ਜਿਹੜੀ ਦਿੱਤੀ ਨਾ ਘੋੜੀ ਨੇ, ਤੂੰ ਤੇਰਾ ਵੀ ਧਿਆਨ ਉੱਥੇ ਵੀ ਡਿੱਗ ਕੇ ਨਾ ਕਿਤੇ ਮਰ ਜਾਏ, ਲੱਤ ਨਾ ਟੁੱਟ ਜੇ। ਮਨ ਕਰਕੇ ਤੂੰ ਵੀ ਨਹੀਂ ਹਾਜ਼ਰ, ਐਵੇਂ ਤੂੰ ਹੀ ਮਨ ਕਰਕੇ ਗੈਰ ਹਾਜ਼ਰ ਹੈ, ਸਰੀਰ ਕਰਕੇ ਹਾਜ਼ਰ ਹੈ। ਅਤੇ ਨਵਾਬ ਦੌਲਤ ਖਾਂ ਤੂੰ ਵੀ ਮਨ ਕਰਕੇ ਗੈਰ ਹਾਜ਼ਰ, ਸਰੀਰ ਕਰਕੇ ਹਾਜ਼ਰ ਹੈ, ਇਸ ਕਰਕੇ ਤੁਹਾਡੀ ਨਮਾਜ਼ ਕਿਸੇ ਕੰਮ ਨਹੀਂ ਹੈ। ਇਹੀ ਗੁਰੂ ਸਾਹਿਬ ਕਹਿੰਦੇ ਜਿਹੜੇ ਮਨ ਕਰਕੇ ਹਾਜ਼ਰ ਉਹਨਾਂ 'ਤੇ ਪਰਮੇਸ਼ਰ ਦੀ ਮਿਹਰ ਹੈ, ਜਿਹੜੇ ਮਨ ਕਰਕੇ ਹਾਜ਼ਰ ਨਹੀਂ, ਸਰੀਰ ਕਰਕੇ ਹਾਜ਼ਰ ਹੈ, ਬੇਹਾਜ਼ਰਾਂ ਉੱਪਰ ਗੁਰੂ ਦੀ ਕਰੋਪੀ ਹੀ ਹੈ, ਖੁਦਾ ਦੀ ਕਰੋਪੀ ਹੀ ਹੈ, ਕੋਈ ਮਿਹਰ ਦਇਆ ਨਹੀਂ ਹੈ। ਈਮਾਨ ਦੋਸਤ ਹੈ, ਜਿਹੜਾ ਈਮਾਨ ਕਹੀਏ ਧਰਮ ਹੈ, ਧਰਮ ਵਿੱਚ ਆਪਣੇ ਸਹਿਜ ਧਰਮ ਵਿੱਚ ਪੱਕਿਆਂ ਰਹਿਣਾ, ਪਰਪੱਕ ਰਹਿਣਾ, ਉਹ ਧਰਮ ਦੇ ਪੱਖੀ ਹੋ ਕੇ ਰਹਿਣਾ, ਐਨ ਧਰਮ ਵਿੱਚ ਪੂਰੇ ਰਹਿਣਾ, ਇਹ ਧਰਮ ਵਿੱਚ ਪੂਰੇ ਰਹਿਣਾ ਦੋਸਤ ਹੈ। ਬੇਈਮਾਨ ਕਾਫਰ ਹੈ, ਜਿਹੜਾ ਬੇਈਮਾਨ ਧਰਮ ਤੋਂ ਬਿਨਾਂ ਧਰਮ 'ਚ ਪੱਕਾ ਨਹੀਂ, ਜਿਹਦਾ ਕੋਈ ਦੀਨ ਮਜ਼ਹਬ ਨਹੀਂ ਹੈ, ਉਹ ਕੁਫਰ ਕੁਫਾਰੀ ਕਾਫਰ ਹੈ, ਝੂਠਾ ਹੈ, ਉਹ ਜਿਹੜਾ ਹੈ ਮੰਦ ਹੈ। ਤਕੱਬਰ ਕਹਿਰ ਹੈ, ਤਕੱਬਰ ਕਹੀਏ ਸਤਿਗੁਰੂ ਕਹਿੰਦੇ ਜਿਹੜਾ ਹੰਕਾਰ ਕਰਨਾ ਇਹ ਬੜਾ ਤਕੜਾ ਕਹਿਰ ਹੈ, ਕਿਉਂਕਿ ਜਦੋਂ ਹੰਕਾਰ ਮਨੁੱਖ ਕਰੇਗਾ ਉਦੋਂ ਹੀ ਕਹਿਰ ਕਰੇਗਾ, ਮੈਂ ਨਹੀਂ ਛੱਡਾਂਗਾ, ਮੈਂ ਤਾਂ ਖਤਮ ਕਰ ਦਿਆਂਗਾ। ਹੰਕਾਰ ਕਰਕੇ ਰਾਵਣ ਹੋਣੀ ਨਹੀਂ ਮੰਨੇ, ਕੰਸ ਕੇਸੀ ਵਰਗੇ ਨਹੀਂ ਮੰਨੇ, ਅਤੇ ਉਹ ਕੀ ਹੋਇਆ? ਹੰਕਾਰ ਨੇ ਕਹਿਰ ਹੀ ਕਰ ਦਿੱਤਾ ਨਾ, ਮੌਤ ਹੀ ਕਰਵਾ ਦਿੱਤੀ, ਸਗੋਂ ਲੰਕਾ ਵੀ ਜਾੜ ਦਿੱਤੀ। ਕੰਸ ਵੀ ਜਿਹੜਾ ਕ੍ਰਿਸ਼ਨ ਜੀ ਦੇ ਭਗਵਾਨ ਦੇ ਮਾਮਾ ਜੀ, ਉਹ ਵੀ ਮਾਰੇ ਗਏ। ਹੰਕਾਰੀਆਂ ਨਿੰਦਕਾਂ ਪਿੱਠ ਦੇ ਹਰਨਾਕਸ਼ ਮਾਰਿਆ ਗਿਆ। ਹੰਕਾਰ ਜਿਹੜਾ ਕਹਿਰ ਹੈ, ਹੰਕਾਰ ਕਰਕੇ ਮਨੁੱਖ ਜ਼ੁਲਮ ਕਰਦਾ, ਹੰਕਾਰ ਤੇ ਨਿਰਾ ਹੀ ਜ਼ੁਲਮ ਹੈ। ਗੁੱਸਾ ਹਰਾਮ ਹੈ, ਜਿਹੜਾ ਗੁੱਸਾ ਕਰਨਾ ਇਹ ਹਰਾਮ ਹੈ, ਇਹ ਬਹੁਤ ਮਾੜਾ ਹੈ। ਗੁੱਸਾ ਕਰਨਾ ਹਰਾਮ ਖੋਰੀ ਹੈ, ਨਿਰਾ ਜਿਹੜਾ ਗੁੱਸਾ ਕਰੀ ਜਾਣਾ। ਨਫਸ ਸ਼ੈਤਾਨ ਹੈ, ਨਫਸ ਜਿਹੜਾ ਮਨ ਦਾ ਚੰਚਲ ਹੋਣਾ ਹੈ,
ਤੇ ਮਨ ਦਾ ਚੰਚਲ ਹੋ ਕੇ ਬੇਮੁਖ ਹੋ ਜਾਣਾ, ਇਹ ਸ਼ੈਤਾਨ ਹੈ। ਨਫਸ ਕਹੀਏ ਜਿਹੜਾ ਕਾਮ ਹੈ, ਮਨ ਚੰਚਲ ਰਹਿਣਾ, ਰੱਬ ਵੱਲੋਂ ਸ਼ੈਤਾਨ ਹੋਏ ਰਹਿਣਾ ਹੈ। ਨਫਸ ਜਿਹੜਾ ਮਨ ਦੀ ਚੰਚਲਤਾਈ ਕਰਕੇ ਸਾਧ ਸੰਗਤ ਜੀ ਤੇ ਕਾਮੀ ਹੋ ਜਾਣਾ, ਇਹ ਕਾਮ ਤੇ ਨਿਰਾ ਸ਼ੈਤਾਨ ਹੈ, ਪਰਮੇਸ਼ਰ ਤੋਂ ਬੇਮੁਖ ਕਰ ਦਿੰਦਾ ਹੈ। ਗੁਮਾਨ ਲਾਨਤੀ ਹੈ। ਜਿਹੜਾ ਗੁਣਾਂ ਦਾ ਹੰਕਾਰ ਕਰਨਾ, ਇਸੇ ਤਰ੍ਹਾਂ ਵਿਦਿਆ ਦਾ ਹੰਕਾਰ ਕਰਨਾ, ਇਹ ਤੇ ਲੱਖ ਲਾਣਤੀ ਹੈ। ਬਸ ਗੈਬਤ ਕਾ ਮੂੰਹ ਕਾਲਾ ਹੈ। ਚੁਗਲ ਦਾ ਮਾਰ ਕਹਿੰਦੇ ਮੂੰਹ ਕਾਲਾ ਹੈ। ਨਿੰਦਕਾ ਜਿਹੜਾ ਨਿੰਦਿਆ ਕਰਦਾ ਉਹਦਾ ਮੂੰਹ ਕਾਲਾ, ਇੱਥੇ ਉੱਥੇ ਮੂੰਹ ਕਾਲੇ ਤੇ ਨਾ ਨਿੰਦਕਾ ਨਰਕੇ ਘੋਰ ਪਵਨ। ਨਰਕ 'ਚ ਵੀ ਪੈਂਦਾ ਤੇ ਉਹ ਨਿੰਦਕ ਦਾ ਮੂੰਹ ਵੀ ਕਾਲਾ ਹੁੰਦਾ ਹੈ, ਮੂੰਹ ਕਾਲੇ ਵਾਲਾ ਹੁੰਦਾ ਨਿੰਦਕ ਚੁਗਲ, ਜਿਹੜਾ ਚੁਗਲੀਆਂ ਮਾਰਦਾ ਥਾਂ ਥਾਂ ਜਾ ਕੇ। ਦਿਆਨਤ ਦਾਰ ਸਰਖ ਰੋਏ ਹੈ। ਦਿਆਨਤ ਦਾਰ ਜਿਹੜਾ ਇਮਾਨਦਾਰ ਪੁਰਸ਼ ਹੈ, ਉਹ ਸੁਰਖਰੂ ਹੈ, ਜਿਹਨੂੰ ਕੋਈ ਚਿੰਤਾ ਦੇ ਸ਼ੋਕ ਨਹੀਂ ਹੈ ਤੇ ਚਿੰਤਾ ਸ਼ੋਕ ਦਾ ਜਿਹਨੂੰ ਕੋਈ ਗਮ ਨਹੀਂ ਹੈ, ਤੇ ਐ ਖਿੜੇ ਚਿਹਰੇ ਵਾਲਾ ਰਹਿੰਦਾ ਹੈ। ਸੁਰਖ ਰੋਏ, ਇਮਾਨਦਾਰ ਦਾ ਮੂੰਹ ਜਿਹੜਾ ਹੈ ਲਾਲੋ ਲਾਲ ਹੈ। ਬੇਦਿਆਨਤ ਸਿਆਹ ਹੋਏ ਹੈ। ਸੁਰਖਰੂ ਦਾ ਅਰਥ ਵੀ ਪਿਛੇ ਪੜ, ਦਿਆਨਤਦਾਰ ਸੁਰਖ ਰੋਏ ਹੈ। ਆਨੰਦ ਨਾਲ ਜਿਹਦਾ ਚਿਹਰਾ ਐ ਲਾਲ ਸੁਰਖ ਹੈ, ਉਹਨੂੰ ਕਹਿੰਦਾ ਇਮਾਨਦਾਰ। ਜਿਹੜਾ ਇਮਾਨਦਾਰ ਉਹਦਾ ਆਨੰਦ ਨਾਲ ਚਿਹਰਾ ਜਿਹੜਾ ਲਾਲ ਸੁਰਖ ਰਹਿੰਦਾ ਹੈ, ਉਹਨੂੰ ਕੋਈ ਵੀ ਜਿਹੜੀ ਕੋਈ ਚਿੰਤਾ ਨਹੀਂ ਹੁੰਦੀ, ਸ਼ੋਕ ਨਹੀਂ ਹੁੰਦਾ, ਉਹਦੇ ਮੁਖ ਦੀ ਸੋਭਾ ਫਿੱਕੀ ਨਹੀਂ ਪੈਂਦੀ, ਸੁਰਖਰੂ ਰਹਿੰਦਾ ਹੈ। ਬੇਦਿਆਨਤ ਸਿਆਹ ਹੋਏ ਹੈ। ਬੇਈਮਾਨ ਜਿਹੜਾ ਇਮਾਨਦਾਰ ਨਹੀਂ ਨਾ, ਤੇ ਬੇਈਮਾਨ ਹੈ ਨਹੀਂ, ਜਿਹਦੇ ਵਿੱਚ ਕੋਈ ਇਮਾਨਦਾਰੀ, ਬਿਲਕੁਲ ਬੇਈਮਾਨੀ ਜਮਾ ਹੋਇਆ, ਉਹ ਬੇਦਿਆਨਤ ਕਹੀਏ। ਬੇਈਮਾਨ ਦਾ ਸਿਆਹ ਜਿਵੇਂ ਕਾਲੀ ਸਿਆਹੀ ਹੁੰਦੀ, ਐਵੇਂ ਕਾਲਾ ਮੂੰਹ ਹੁੰਦਾ ਹੈ। ਅਕਿਰਤ ਘਣ ਜ਼ਰਦ ਰੁਏ ਹੈ। ਬੇਦਿਆਨਤ ਭਾਵ ਬੇਈਮਾਨ ਦਾ ਮੂੰਹ ਕਾਲਾ ਹੈ। ਅਕਿਰਤ ਘਣ ਜ਼ਰਦ ਰੁਏ ਹੈ। ਇਹ ਕਿਰਤ ਘਣ ਜਿਹੜਾ ਕਿਸੇ ਦੇ ਕੀਤੇ ਹੋਏ ਉਪਕਾਰ ਨੂੰ ਨਾ ਜਾਣੇ, ਉਹਨੂੰ ਕਹੀਦਾ ਅਕਿਰਤ ਘਣ। ਤੇ ਅਕਿਰਤ ਘਣ ਦਾ ਮਹਾਰਾਜ ਕਹਿੰਦੇ ਦਰਦ ਰੁਏ, ਉਹਦਾ ਮੂੰਹ ਕਾਲਾ। ਇਕਰਤ ਘਣ ਦਾ ਜਿਹੜਾ ਕਿਸੇ ਦਾ ਉਪਕਾਰ ਨਾ ਜਾਣੇ, ਵੀ ਜਿਹਦੇ 10 ਕੰਮ ਉਹਦੇ ਕੀਤੇ ਹੋਣ, 11ਵਾਂ ਨਾ ਕਰੀਏ ਤਾਂ ਉਹ 10 ਨੂੰ ਵੀ ਭੁਲਾ ਦੇਵੇ, ਇਹੋ ਜਿਹਾ ਜਿਹੜਾ ਪੁਰਸ਼ ਉਹਦੇ ਪੀਲੇ ਮੂੰਹ ਵਾਲਾ ਹੈ, ਸ਼ਰਮਿੰਦੇ ਮੂੰਹ ਵਾਲਾ ਹੈ। ਬਦਨੀਅਤ ਨਾਪਾਕ ਹੈ। ਬਦਨੀਅਤ ਖੋਟੀ ਨੀਅਤ ਵਾਲਾ, ਜਿਹੜਾ ਭੈੜੀ ਨੀਤ ਵਾਲਾ, ਉਹ ਅਪਵਿੱਤਰ ਹੈ। ਮੋਮ ਦਿਲ ਪਾਕ ਹੈ। ਮੋਮ ਦਿਲ ਨਰਮ ਦਿਲ ਵਾਲਾ ਪਵਿੱਤਰ ਹੈ। ਬੇਹਿਰਸ ਔਲੀਆ ਹੈ। ਜਿਹਦੇ ਵਿੱਚ ਕੋਈ ਲਾਲਚ ਨਹੀਂ ਹੈ, ਜਿਹਦੇ ਅੰਦਰ ਕੋਈ ਮਾੜੀ ਖਾਹਿਸ਼ ਨਹੀਂ, ਮਾੜੀ ਇੱਛਾ ਨਹੀਂ ਹੈ, ਜਿਹਦੀ ਉਹ ਕਮਾਈ ਵਾਲਾ ਸ਼ਕਤੀ ਵਾਲਾ ਸਾਧੂ ਹੈ, ਉਹ ਬੜਾ ਤਗੜਾ ਔਲੀਆ ਕਹੀਏ ਵਲੀ ਹੈ। ਬੇਹਿਰਸ ਜਿਹਦੇ ਅੰਦਰ ਕੋਈ ਲਾਲਚ ਨਹੀਂ ਹੈ, ਹਿਰਸ ਕਹੀਦਾ ਲਾਲਚ ਨੂੰ, ਜਿਹੜਾ ਕੋਈ ਲਾਲਚ ਤੋਂ ਰਹਿਤ ਹੈ, ਫਿਰ ਮਾੜੀ ਖਾਹਿਸ਼ ਨਹੀਂ ਹੈ, ਉਹ ਔਲੀਆ ਹੈ। ਸ਼ਕਤੀ ਵਾਲਾ ਸਾਧੂ ਹੈ, ਸ਼ਕਤੀ ਵਾਲਾ ਮਾਲਕ ਹੈ, ਸ਼ਕਤੀ ਵਾਲਾ ਵਲੀ ਹੈ। ਹਿਰਸਮੰਦ ਫਾਜ਼ਰਨ ਹੈ। ਹਿਰਸਵੰਦ ਲਾਲਚੀ ਜਿਹੜਾ ਹੈ, ਮਾੜੀਆਂ ਖਾਹਿਸ਼ਾਂ ਵਾਲਾ ਹੈ, ਮਾੜੀ ਭਾਵਨਾ ਵਾਲਾ ਹੈ, ਉਹ ਫਾਜ਼ਰਨ ਕਹੀਏ ਬੜਾ ਤਗੜਾ ਪਾਪੀ ਹੈ। ਦਰੋਗ ਦੋਜ਼ਕ ਹੈ। ਦਰੋਗ ਦੋਜ਼ਕ ਹੈ, ਜਿਹੜਾ ਝੂਠ ਬੋਲਣ ਵਾਲਾ ਹੈ, ਝੂਠਾ ਤੇ ਨਿਰਾ ਨਰਕੀ ਹੈ। ਕਿਉਂਕਿ ਜਦੋਂ ਮਨੁੱਖ ਝੂਠ ਬੋਲੇਗਾ, ਸਾਧ ਸੰਗਤ ਜੀ, ਫਿਰ ਝੂਠ ਬੋਲਣੇ ਕਰਕੇ ਕੀ ਹੋਏਗਾ? ਜਦੋਂ ਪਤਾ ਲੱਗੇਗਾ ਵੀ ਇਹ ਝੂਠ ਬੋਲਦਾ ਹੈ, ਉਹਦਾ ਛਤਰਪੋਲਾ ਹੋਏਗਾ, ਤੇ ਨਰਕ 'ਚ ਵੀ ਛਤਰਪੋਲਾ ਹੀ ਹੁੰਦਾ, ਉੱਥੇ ਕਿਹੜੇ ਹਾਰ ਪੈਂਦੇ। ਐਵੇਂ ਝੂਠ ਜਿਹੜਾ ਤੇ ਨਿਰਾ ਹੀ ਨਰਕ ਹੈ, ਝੂਠ ਬੋਲਣ ਵਾਲਾ ਵੀ ਨਿਰਾ ਨਰਕ ਦਾ ਘਰ ਹੈ।
ਝੂਠ ਬੋਲਣਾ ਵੀ ਨਿਰਾ ਨਰਕ ਹੀ ਹੈ, ਨਰਕ 'ਚ ਹੀ ਪਹੁੰਚਾਉਂਦਾ ਹੈ। ਸੱਚ ਭਿਸਤ ਹੈ। ਸੱਚ ਜਿਹੜਾ ਹੈ ਨਾ, ਸੱਚ ਬੋਲਣਾ, ਉਹ ਭਿਸਤ ਸਵਰਗ ਬੈਕੁੰਠ ਹੈ। ਸੱਚ ਬੋਲਣ ਵਾਲਾ ਵੀ ਸੱਚਖੰਡ ਹੀ ਹੈ, ਉਹਦਾ ਸਰੀਰ, ਅਤੇ ਸੱਚ ਜਿਹੜਾ ਬਚਨ ਹੈ ਉਹ ਵੀ ਸਵਰਗੀ ਹੈ। ਨਿਰਾ ਸੱਚ ਨਾਲ, ਸੱਚੇ ਮਾਰਗ ਚੱਲਦਾ ਉਸਤ ਕਰੇ ਜਹਾਨ। ਬਦ ਜ਼ਬਾਨ ਫਿੱਕਾ ਹੈ। ਖੋਟੀ ਜ਼ਬਾਨ ਵਾਲਾ, ਭੈੜੀ ਮਾੜੀ ਜ਼ਬਾਨ ਵਾਲਾ ਜਮਾ ਹੀ ਫਿੱਕਾ ਹੀ ਹੈ। ਦਰਦਵੰਦ ਦਰਵੇਸ਼ ਹੈ। ਜਿਹੜਾ ਦਰਦਵੰਦ ਹੈ, ਕਿਸੇ ਦੀ ਪੀੜਾ ਨੂੰ ਸਮਝਦਾ ਹੈ ਅਤੇ ਮਦਦ ਕਰਦਾ ਹੈ, ਮਦਦ ਕਰਨ ਵਾਲਾ ਦਰਵੇਸ਼ ਹੈ। ਰੱਬ ਦੇ ਦਰ ਦੇ ਵਿੱਚ ਪ੍ਰਵੇਸ਼ ਕਰਨ ਵਾਲਾ ਦਰਵੇਸ਼ ਵੱਡਾ ਫਕੀਰ ਹੈ। ਬੇਦਰਦ ਕਸਾਈ ਹੈ। ਜਿਹੜਾ ਬੇਦਰਦ ਹੈ, ਭਾਵ ਕਿਸੇ ਦੀ ਪੀੜਾ ਨਹੀਂ ਜਾਣਦਾ, ਕਿਸੇ ਦਾ ਦੁੱਖ ਦਰਦ ਨਹੀਂ ਸਮਝਦਾ, ਇਹ ਜਮਾ ਹੀ ਬਣਿਆ ਹੈ ਮਾੜਾ ਹੀ, ਉਹ ਮਾਰੇ ਕਹਿੰਦੇ ਕਸਾਈ ਹੈ। ਕਿਉਂਕਿ ਕਸਾਈ ਦਰਦ ਨਹੀਂ ਨਾ ਕਿਸੇ ਦਾ ਜਾਣਦਾ। ਕੁਕੜੀ ਮਰੋੜੇ, ਬੱਕਰਾ ਮਾਰੇ, ਡੰਗਰ ਵੱਢੇ, ਝਾਟੀ ਲਾ ਕੇ ਉਹ ਮਾਰੇਗਾ ਉਹ, ਅਤੇ ਉਹ ਕਿਉਂਕਿ ਉਹ ਬੇਦਰਦ ਹੈ, ਇਹਨੂੰ ਦਰਦ ਨਹੀਂ ਹੈ ਵੀ ਤੜਫੇਗਾ ਬੱਕਰਾ, ਇਹ ਮੱਝ ਤੜਫੇਗੀ, ਇਹ ਉਹ ਬੇਦਰਦ ਹੁੰਦੇ ਹੈ। ਆ ਕਈ ਜਿਹੜੇ ਕਹਿੰਦੇ ਵੀ ਆਹ ਖਾ ਲੈਣਾ ਚਾਹੀਦਾ ਮਾਸ ਮੂਸ, ਉਹ ਉੱਥੇ ਹੁਣ ਪੜ੍ਹਨ ਦੇ ਪਤਾ ਲੱਗੇ ਵੀ ਉਹ ਦਰਦ ਤੋਂ ਬਿਨਾਂ ਦੇ ਹੁਣ ਕਿਸੇ ਨੂੰ ਵੱਢਿਆ ਨਹੀਂ ਨਾ ਜਾਏਗਾ ਜੀਵ ਨੂੰ। ਚਲੋ ਜਿਹੜਾ ਗੁਰੂ ਦੇ ਨਿੰਦਿਆ ਕਰਦਾ ਉਹਨੂੰ ਤਾਂ ਵੱਢਣਾ ਬਣਦਾ ਹੀ ਹੈ, ਪਰ ਬੱਕਰੇ ਨੇ ਕਿਹਨੂੰ ਨਿੰਦਿਆ ਹੈ, ਉਹ ਕੁੱਕੜ ਨੇ ਕਿਹਨੂੰ ਨਿੰਦਿਆ ਹੈ। ਇਹ ਜਿਹੜਾ ਐਵੇਂ ਬੇਦਰਦੀ ਹੋ ਕੇ ਰਹਿਣਾ, ਕਿਸੇ ਦੀ ਪੀੜਾ ਨਹੀਂ ਸਮਝਣੀ, ਕਿਸੇ ਗਰੀਬ ਦੀ, ਸਗੋਂ ਧੱਕੇ ਮਾਰ ਕੇ ਕੱਢ ਦੇਣਾ, ਬੇਦਰਦੀ ਜਿਹੜਾ ਨਿਰਾ ਕਸਾਈ ਹੈ। ਰੋਜ਼ੀ ਬਖਸ਼ ਰਹੀਮ ਹੈ। ਰੋਜ਼ੀ ਰੋਟੀ ਦੇਣ ਵਾਲਾ, ਅੰਨ ਦੇਣ ਵਾਲਾ, ਜਿਹੜਾ ਦਾਤਾ ਕਿਸੇ ਨੂੰ ਪ੍ਰਸ਼ਾਦਾ ਛਕਾਉਣ ਵਾਲਾ, ਉਹੀ ਉਹ ਅਸਲ ਰਹਿਮ ਦਿਲ ਹੈ। ਇਲਮ ਹਲੀਮੀ ਹੈ। ਜਿਹੜੇ ਕਿਸੇ ਨੂੰ ਇਲਮ ਕੋਈ ਸਿਖਾ ਦੇਣਾ, ਭਾਵ ਇਲਮ ਵਿਦਿਆ, ਸਾਰੀਆਂ ਵਿਦਿਆ ਵਿੱਚੋਂ ਜਿਹੜੀ ਬ੍ਰਹਮ ਵਿਦਿਆ ਸਿਖਾ ਦੇਣੀ, ਉੱਚੀ ਵਿਦਿਆ, ਸਭ ਤੋਂ ਵੱਡਾ ਦਾਨ ਹੈ ਬ੍ਰਹਮ ਵਿਦਿਆ ਦਾ। ਆ ਜਿਹੜੀ ਕਿਸੇ ਨੂੰ ਗੁਰਬਾਣੀ ਪੜ੍ਹਾ ਦੇਣੀ, ਕੋਈ ਧਰਮ ਦੇ ਗ੍ਰੰਥ ਪੜ੍ਹਾ ਦੇਣੇ, ਕਿਸੇ ਨੂੰ ਕੁਝ ਬਾਣੀ ਦੇ ਅੱਖਰ ਸਿਖਾ ਦੇਣੇ, ਇਹ ਸਭ ਤੋਂ ਵੱਡਾ ਦਾਨ ਹੈ। ਸਭ ਤੋਂ ਵੱਡਾ ਇਹ ਸਾਧ ਸੰਗਤ ਜੀ 14 ਲੋਕਾਂ ਵਿੱਚ ਹੀ ਦਾਨ ਮੰਨਿਆ ਗਿਆ। ਬ੍ਰਹਮ ਵਿਦਿਆ ਸਭ ਤੋਂ ਉੱਪਰ ਮੰਨੀ ਗਈ ਹੈ। ਬ੍ਰਹਮ ਵਿਦਿਆ ਦਾ ਜਿਹੜਾ ਦਾਨ ਦੇ ਦੇਣਾ, ਇਹ ਬੜੀ ਤਗੜੀ ਹਲੀਮੀ ਹੈ, ਵੱਡੀ ਗਰੀਬੀ ਹੈ। ਤਵੱਜਾ ਬੁਲੰਦੀ ਹੈ। ਤਵੱਜਾ ਕਹੀਏ, ਜਿਹੜਾ ਕਿਸੇ ਨੂੰ ਜੀਆਂ ਆਖਣਾ, ਮਹਿਮਾਨਦਾਰੀ ਕਰਨੀ, ਸਤਿਕਾਰ ਕਰਨਾ, ਖਾਤਰਦਾਰੀ ਕਰਨੀ ਆਏ ਦੀ ਘਰ ਵਿੱਚ, ਇਹ ਬੜੀ ਤਗੜੀ ਮਾਰ ਕਹਿੰਦੇ ਬੁਲੰਦੀ ਹੈ। ਇਹ ਬਜ਼ੁਰਗ ਪੁਣਾ, ਵੱਡੀ ਬਜ਼ੁਰਗੀ ਹੈ। ਇਹ ਵਡੱਪਣ ਪੁਣਾ, ਵੱਡੀ ਬੁਲੰਦੀ ਹੈ, ਵੱਡ ਪੁਣਾ ਹੈ। ਜਿਹੜਾ ਕਿਸੇ ਨੂੰ ਜੀ ਆਇਆਂ ਆਖਣਾ, ਘਰ ਆਏ ਦੀ ਮਹਿਮਾਨਦਾਰੀ ਕਰਨੀ, ਸਤਿਕਾਰ ਕਰਨਾ ਹੈ। ਖੈਰਵੰਦ ਸਤੀ ਹੈ। ਖੈਰਵੰਦ ਦਾਨ ਪੁੰਨ ਕਰਨ ਵਾਲਾ ਵੱਡਾ ਸਤ ਪ੍ਰਤੱਗੀ ਹੈ, ਜਿਹੜਾ ਕਿਸੇ ਨੂੰ ਦਾਨ ਪੁੰਨ ਕਰਦਾ ਹੈ। ਬੇਖੈਰ ਬਖੀਲ ਹੈ। ਜਿਹੜਾ ਬੇਖੈਰ, ਕਿਸੇ ਨੂੰ ਖੈਰ ਨਹੀਂ ਪਾਉਂਦਾ, ਖਰਾਤ ਨਹੀਂ ਪਾਉਂਦਾ, ਦਾਨ ਪੁੰਨ ਬਿਲਕੁਲ ਨਹੀਂ ਕਰਦਾ, ਨੇੜੇ ਵੀ ਨਹੀਂ ਆਉਣ ਦਿੰਦਾ। ਨਿਕਲ ਜਾ ਤੂੰ, ਕਿੱਥੇ ਆ ਗਿਆ ਤੂੰ, ਚੰਗਾ ਭਲਾ ਸਾਧ ਹੈਗਾ, ਚੰਗੇ ਭਲੇ ਤੇਰੇ ਹੱਥ ਬਾਂਹ। ਮਹਾਰਾਜ ਕਹਿੰਦੇ ਉਹ ਬੜਾ ਤਗੜਾ ਬਖੀਲ ਚੁਗਲ ਹੈ। ਉਹ ਬਖੀਲ ਕਹੀਏ, ਉਹ ਕੰਜੂਸ ਹੈ, ਸੂਮ ਹੈ, ਨਿਰਾ ਜਿਹੜਾ ਕਿਸੇ ਨੂੰ ਖੈਰ ਨਹੀਂ ਪਾਉਂਦਾ, ਬੇਖੈਰ ਹੈ। ਜ਼ੋਰ ਜ਼ੁਲਮ ਹੈ। ਜਿਹੜਾ ਕਿਸੇ ਦੇ ਆਪਣੇ ਪੈਸੇ ਦਾ ਜ਼ੋਰ ਵਿਖਾਉਣਾ, ਤੈਨੂੰ ਮੈਂ ਉੱਥੇ ਘੱਲ ਦਿਆਂਗਾ ਜਿੱਥੇ ਤੂੰ ਛੁੱਟ ਕੇ ਨਹੀਂ ਆਏਗਾ। ਆਪਣੇ ਪੈਸੇ ਦਾ ਜ਼ੋਰ ਵਿਖਾਉਣਾ, ਸਰੀਰ ਦਾ ਜ਼ੋਰ ਵਿਖਾਉਣਾ, ਆਪਣਾ ਬਲ ਵਿਖਾਉਣਾ, ਕਿਸੇ ਗਰੀਬ ਮਾਤੜ ਦੇ ਜਿਹੜਾ ਬਲ ਵਿਖਾਉਣਾ, ਇਹ ਵੱਡਾ ਜ਼ੁਲਮ ਕਹਿਰ ਹੈ। ਬੇਜ਼ੋਰ ਪਾਕ ਹੈ। ਬੇਜ਼ੋਰ, ਜਿਹੜਾ ਕਿਸੇ ਦੇ ਜ਼ੋਰ ਨਾ ਕਰਨਾ, ਆਪਣਾ ਆਪ ਨਾ ਜਨਾਉਣਾ, ਪੈਸਾ ਨਾ ਦਿਖਾਉਣਾ, ਆਪਣਾ ਸਰੀਰ ਦੇ ਵਿੱਚ ਕਿੰਨਾ ਵੀ ਬਲ ਹੋਣਾ ਉਹ ਨਾ ਦਿਖਾਉਣਾ। ਜਿਵੇਂ ਸਤਿਗੁਰੂ ਦਾ ਸੁਭਾਅ ਹੀ ਸੀ ਮਹਾਰਾਜ ਜੀ ਦਾ। ਜੇ ਕਿਸੇ ਨੇ ਕਹਿਣਾ ਵੀ ਤੁਸੀਂ ਸ਼ਕਤੀ ਵਿਖਾਓ, ਗੁਰੂ ਕਹਿਣਾ ਸਾਡੇ ਕੋਲ ਸ਼ਕਤੀ ਕੋਈ ਹੈ ਨਹੀਂ। ਜੇ ਕਿਸੇ ਨੇ ਕਹਿਣਾ ਤੁਸੀਂ ਬੜੇ ਵਿਦਵਾਨ ਹੋ, ਮਹਾਰਾਜ ਕਹਿੰਦੇ ਸਾਨੂੰ ਹੁੰਦਾ ਹੀ ਕੱਖ ਨਹੀਂ ਹੈ। ਜੇ ਕਿਸੇ ਨੇ ਕਹਿਣਾ ਤੁਸੀਂ ਕਿਹੜੀ ਜਾਤੀ ਵਿੱਚੋਂ, ਗੁਰੂ ਸਾਹਿਬ ਜੀ ਨੇ ਕਹਿਣਾ ਸਾਡੀ ਜਾਤ ਹੀ ਕੋਈ ਨਹੀਂ ਹੈ। ਅਤੇ ਇਵੇਂ
ਨਿਮਾਣੇ ਹੋ ਕੇ ਰਹਿਣਾ, ਜਿਹੜਾ ਕਿਸੇ ਦੇ ਬੇਜੋਰ ਹੋ ਕੇ ਰਹਿਣਾ, ਕਿਸੇ ਨੂੰ ਬਲ ਨਾ ਦਿਖਾਉਣਾ, ਸ਼ਕਤੀ ਨਾ ਆਪਣੀ ਵਿਖਾਉਣੀ, ਇਹ ਬੜਾ ਪਵਿੱਤਰ ਹੈ। ਮੁਸਾਫਾ ਸਿਫਤ ਹੈ। ਮੁਸਾਫਾ ਜਿਹੜਾ ਇਨਸਾਫ ਕਰਨਾ ਹੈ, ਨਿਆਂ ਕਰਨਾ, ਇਹ ਵੱਡੀ ਸਿਫਤ ਹੈ ਪਰਮੇਸ਼ਰ ਦੀ। ਜਾਂ ਵੀ ਜਿਹੜੀ ਵਾਹਿਗੁਰੂ ਦੀ ਸਿਫਤ ਕਰਨੀ ਹੈ, ਮੁਸਾਫਾ ਕਹੀਏ, ਇਹ ਵੱਡਾ ਜਸ ਹੈ। ਇਹ ਤੋਂ ਵੱਡਾ ਕੋਈ ਜਸ ਨਹੀਂ ਹੈ ਰੱਬ ਦਾ। ਹਿਕਮਤ ਮੁਸਾਫਾ ਸਿਫਤ ਹੈ, ਜਿਹੜੀ ਵਾਹਿਗੁਰੂ ਦੀ ਸਿਫਤ ਕਰਨੀ, ਇਹੋ ਵੱਡਾ ਇਨਸਾਫ ਨਿਆਂ ਹੈ। ਹਿਕਮਤ ਕਤੇਬ ਹੈ। ਹਿਕਮਤ ਜਿਹੜੀ ਦਨਾਈ ਹੈ, ਚਤਰਤਾਈ ਹੈ, ਪੰਡਤਾਈ ਹੈ, ਇਹ ਰੱਖਣੀ ਹੈ, ਸਿਆਣਪਤਾਈ, ਇਹੋ ਵੱਡੀ ਕਿਤਾਬ ਨੂੰ ਪੜ੍ਹਨਾ ਹੈ। ਦੁਆਏ ਦੌਲਤ ਹੈ। ਦੁਆਏ ਜਿਹੜਾ ਹਿਕਮਤ, ਚਤਰਤਾਈ, ਦਾਨਾਈ, ਸਿਆਣਪਤਾਈ ਰੱਖਣੀ, ਕਿਤਾਬ ਦਾ ਪੜ੍ਹਨਾ ਹੈ। ਦੁਆਏ ਜਿਹੜੀ ਦੁਆ ਕਰਨੀ ਕਿਸੇ ਵਾਸਤੇ, ਅਸੀਸ ਦੇਣੀ ਕਿਸੇ ਨੂੰ, ਇਹ ਵੱਡੀ ਦੌਲਤ ਹੈ। ਵੀ ਕਿਸੇ ਨੂੰ ਕੁਝ ਦੇ ਦੇਣੇ, ਪੈਸਾ ਧੇਲਾ ਥੋੜ੍ਹੇ ਬਹੁਤੇ, ਅਤੇ ਫਿਰ ਸਾਧ ਸੰਗਤ ਜੀ ਉਹਨੂੰ ਭੰਡਣਾ, ਮੈਂ ਤੈਨੂੰ ਦਿੱਤੇ ਨਹੀਂ ਸੀ ਰੋਏ, ਉਹ ਕੀ ਮੁੱਲ ਪਾਇਆ ਮੇਰਾ, ਇਹ ਉਹ ਦੌਲਤ ਦੇ ਕੇ ਤੇ ਜਣਾ ਦੇਈਦਾ ਹੈ। ਪਰ ਜਿਹੜੀ ਕਿਸੇ ਨੂੰ ਪਤਾ ਨਾ ਹੋਣਾ, ਉਹਦੀ ਦੁਆ ਕਰਨੀ ਰੱਬ ਦੇ ਅੱਗੇ, ਜਾਂ ਉਹਨੂੰ ਪ੍ਰਤੱਖ ਸੀਸ ਦੇਣੀ, ਭਾਈ ਤੇਰਾ ਭਲਾ ਹੋਵੇ, ਤੇਰੀ ਵੱਡੀ ਉਮਰ ਹੋਵੇ, ਤੈਨੂੰ ਮਹਾਰਾਜ ਨਾਮਦਾਨ ਬਖਸ਼ਣ, ਇਹ ਜਿਹੜੀ ਦੁਆ ਕਰਨੀ, ਅਸੀਸ ਦੇਣੀ ਹੈ, ਵੱਡੀ ਦੌਲਤ ਹੈ। ਇਹਦੇ ਨਾਲ ਦੀ ਕੋਈ ਗੱਲ ਹੀ ਨਹੀਂ ਹੈਗੀ। 5000 ਰੁਪਇਆ ਦੇ ਕੇ 6000 ਮੰਗ ਲਿਆ, ਅਗਲੇ ਮਹੀਨੇ 5000 ਦੇ ਕੇ ਫਿਰ ਸੁਣਾ ਦਿੱਤਾ, ਅਤੇ ਉਹ ਕਾਹਦੀ ਦੌਲਤ ਹੈ? ਉਹ ਕੋਈ ਦੌਲਤ ਨਾ ਹੋਈ ਜਿਹੜੀ ਜਣਾ ਦਿੱਤੀ। ਅਸੀਸ ਦੇ ਦਿੱਤੀ, ਉਹ ਵੱਡੀ ਦੌਲਤ ਹੈ। ਜਿਹੜੀ ਕਿਸੇ ਦੇ ਅੱਗੇ ਜਾਂ ਰੱਬ ਦੇ ਅੱਗੇ ਕਿਸੇ ਵਾਸਤੇ ਦੁਆ ਕਰਨੀ, ਪਰਮੇਸ਼ਰ ਅੱਗੇ ਦੁਆ ਕਰਨੀ, ਹੈ ਵੱਡੀ ਦੌਲਤ ਹੈ ਭਾਈ। ਬਦ ਦੁਆਏ ਕਹਿਰ ਹੈ। ਕਿਸੇ ਨੂੰ ਵੱਧ ਦੁਆ ਦੇਣੀ, ਖੋਟੀ ਦੁਆ ਦੀ ਕਰਨੀ ਹੈ, ਮਰ ਜਾਏ, ਰਹੇ ਕੱਖ ਨਾ ਦਾ, ਇਹ ਵੱਡਾ ਕਹਿਰ ਜ਼ੁਲਮ ਹੈ, ਢਾਉਣਾ ਕਿਸੇ ਉੱਪਰ। ਇਨਸਾਫ ਸਾਫ ਹੈ। ਇਨਸਾਫ ਕਰਨਾ, ਨਿਆਂ ਕਰਨਾ, ਇਹੀ ਉਹ ਵੱਡੀ ਸਫਾਈ ਹੈ, ਦਿਲ ਦੀ ਸਫਾਈ ਹੈ। ਚੋਰੀ ਲਾਲਚ ਹੈ। ਲਾਲਚ ਕਰਕੇ ਚੋਰੀ ਕਰਨੀ, ਇਹ ਚੋਰਪੁਣਾ ਹੈ। ਚੋਰੀ ਲਾਲਚ ਹੈ, ਚੋਰੀ ਕਰਨੀ ਇਹ ਵੱਡਾ ਲਾਲਚ ਹੈ। ਵੀ ਲਾਲਚ ਕਰਕੇ ਤੇ ਚੋਰੀ ਕਰੇਗਾ, ਚੋਰਪੁਣਾ ਹੈ ਲਾਲਚ ਕਰਕੇ ਚੋਰੀ ਕਰਨੀ। ਯਾਰੀ ਪਲੀਤੀ ਹੈ। ਆਪਣੇ ਮੰਦ ਵਾਸ਼ਨਾ ਨੂੰ ਪੂਰਾ ਕਰਨ ਦੇ ਵਾਸਤੇ ਪਰ ਇਸਤਰੀ ਨਾਲ ਜਿਹੜਾ ਸੰਬੰਧ ਕਰਨਾ, ਯਾਰੀ ਕਰਨੀ, ਸਰੀਰਕ ਸੰਬੰਧ ਬਣਾਉਣਾ, ਇਹ ਪਲੀਤੀ ਹੈ, ਅਪਵਿੱਤਰਤਾ ਹੀ ਹੈ। ਬਹੁਤ ਵੱਡੀ ਮਾੜੀ ਹੈ, ਪਵਿੱਤਰਤਾ ਹੀ ਬੜੀ ਮੈਲੀ ਹੈ। ਸਿਫਤ ਉਜ਼ੂ ਹੈ। ਜਾਂ ਸਿੱਧਾ ਜਿਹੜੀ ਯਾਰੀ ਕਰਨੀ ਬੜੀ ਅਪਵਿੱਤਰ ਹੈ, ਯਾਰੀ ਕਰਨੀ ਬੜੀ ਮਾੜੀ ਹੈ। ਸਿਫਤ ਉਜ਼ੂ ਹੈ। ਵਾਹਿਗੁਰੂ ਦੀ ਜਿਹੜੀ ਸਿਫਤ ਕਰਨੀ, ਇਹੋ 5 ਇਸ਼ਨਾਨਾਂ ਜਿਹੜੇ ਮੁਸਲਮਾਨ ਕਰਦੇ ਹੈ। ਬਾਂਗ ਬਲੇਲ ਹੈ। ਜਿਹੜੀ ਬਾਂਗ ਦੇਣੀ ਹੈ, ਇਹ ਪਰਮੇਸ਼ਰ ਦੀ ਆਵਾਜ਼ ਸਮਝੋ, ਆਵਾਜ਼ ਮਾਤਰ ਹੈ ਖੁਦਾ ਦੀ। ਕਰਾਮਾਤ ਕੁਦਰਤ ਹੈ। ਮੁਸਲਮਾਨ ਬਾਂਗ ਦਿੰਦੇ ਨਾ, ਨਮਾਜ਼ ਪੜ੍ਹ ਤੋਂ ਪਹਿਲਾਂ, ਇਹ ਜਿਹੜੀ ਬਾਂਗ ਦੇਣੀ ਹੈ ਖੁਦਾ ਦੀ ਆਵਾਜ਼ ਸਮਝੋ, ਵੀ ਰੱਬ ਆਵਾਜ਼ ਦੇ ਰਿਹਾ, ਵੀ ਸੁਣ ਲਓ। ਆ ਜਿਹੜੀ 2 ਮਿੰਟ ਨਮਾਜ਼ ਪੜ੍ਹਨੀ, ਪੜ੍ਹ ਲਓ, ਇਹ ਰੱਬ ਦੀ ਆਵਾਜ਼ ਮਾਤਰ ਸਮਝੋ ਲੋਕੋ। ਕਰਾਮਾਤ ਕੁਦਰਤ ਹੈ। ਵਾਹਿਗੁਰੂ ਖੁਦਾ ਦੀ ਜਿਹੜੀ ਕੁਦਰਤ, ਇਹੋ ਵੱਡੀ ਕਰਾਮਾਤ ਹੈ। ਇਹ ਤੋਂ ਵੱਡੀ ਕਿਹੜੀ ਕਰਾਮਾਤ ਹੋ ਸਕਦੀ ਹੈ? ਕਿੰਨਾ ਤਗੜਾ ਸਮੁੰਦਰ ਹੈ, ਕਿੰਨੇ ਜੰਗਲ ਹੈ, ਰੁੱਖ ਆਪਣੇ ਆਪ ਹੀ ਫੁੱਟ ਕੇ 6 ਮਹੀਨਿਆਂ ਬਾਅਦ ਪੱਤੇ ਵੰਨ ਸਵੰਨੇ ਕੱਢਦੇ ਹੈ। 6 ਮਹੀਨੇ ਬਾਅਦ ਫਲ ਲੱਗ ਜਾਂਦੇ ਹੈ, ਕਈਆਂ ਨੂੰ ਫਲ ਲੱਗੇ ਹੀ ਰਹਿੰਦੇ ਹੈ। ਵੀ ਇਹ ਕਿੱਥੋਂ ਨਿਕਲਦੇ ਹੈ? ਆ ਦਾਣਿਆਂ ਵਿੱਚੋਂ ਮਾਰੇ ਅੰਕੁਰ ਫਟਾ ਦਿੰਦੇ। ਕਿੱਡੀ ਸ਼ਕਤੀ ਹੈ ਰੱਬ ਦੀ। ਹੁਣੇ ਇੱਥੇ ਭਾਵੇਂ ਚੰਗਾ ਭਲਾ ਮੌਸਮ ਹੈ, ਮੀਂਹ ਪਾ ਕੇ ਰੱਖ ਦੇਵੇ, ਇਹ ਤੋਂ ਵੱਡੀ ਕਰਾਮਾਤ ਕਿਹੜੀ ਹੈ? ਸੂਰਜ ਚੜ੍ਹਦਾ ਅਤੇ ਥਾਂ 'ਤੇ ਪ੍ਰਕਾਸ਼ ਕਰ ਦਿੰਦਾ, ਚੰਦਰਮਾ ਰਾਤ ਪ੍ਰਕਾਸ਼ ਕਰ ਦਿੰਦਾ, ਤਾਰੇ ਰੱਬ ਦੇ ਕਿੰਨੇ ਸੱਜ ਧੱਜ ਰਹੇ ਹੈ, ਕਿੱਡਾ ਵੱਡਾ ਆਕਾਸ਼ ਹੈ, ਧਰਤੀ ਦਾ ਗੇੜਾ ਨਹੀਂ ਲੱਗ ਰਿਹਾ। ਰੱਬ ਨੇ ਸਰੀਰ ਐਸਾ ਦਿੱਤਾ ਹੈ,
ਅੱਖਾਂ ਨਾਲ ਸੰਸਾਰ ਵੇਖ ਰਹੇ, ਕਿੱਡੀ ਵੱਡੀ ਕਰਾਮਾਤ ਪਰਮੇਸ਼ਰ ਦੀ, ਇਹ ਕੁਦਰਤ ਹੈ ਰੱਬ ਦੀ। ਆ ਜੋ ਕੁਝ ਵੀ ਨਜ਼ਰੀ ਆ ਰਿਹਾ, ਵਾਹਿਗੁਰੂ ਦੀ ਜਿਹੜੀ ਕੁਦਰਤ ਹੈ, ਉਹ ਵੱਡੀ ਕਰਾਮਾਤ, ਸ਼ਕਤੀ, ਤਾਕਤ, ਅਜ਼ਮਤ ਹੈ। ਫਕੀਰੀ ਸਬੂਰੀ ਹੈ, ਜਿਹੜਾ ਸੰਤੋਖੀ ਹੋ ਕੇ ਰਹਿਣਾ, ਇਹੋ ਵੱਡੀ ਫਕੀਰੀ ਹੈ। ਨਾ ਸਬੂਰੀ ਮਕਰ ਹੈ, ਜਿਹੜਾ ਸਬਰ ਸੰਤੋਖ ਤੋਂ ਬਿਨਾਂ ਰਹਿਣਾ, ਇਹ ਵੱਡਾ ਮੱਕਰ, ਫਲ ਫਰੇਬ, ਛਲ ਫਰੇਬ ਹੈ, ਵੱਡੀ ਫਰੇਬੀ ਹੈ, ਧੋਖੇਬਾਜ਼ੀ ਹੈ। ਰਾਹੋ ਪੀਰਾ ਹੈ, ਜਿਹੜੇ ਰੱਬ ਦੇ ਪਿਆਰੇ ਪੀਰ ਹੈ, ਉਹਨਾਂ ਦੇ ਰਾਹੀਂ ਰੱਬ ਦਾ ਰਸਤਾ ਪ੍ਰਾਪਤ ਹੁੰਦਾ ਹੈ। ਰਾਹੋ ਪੀਰਾਂ ਹੈ, ਜੇ ਰੱਬ ਦੇ ਰਸਤੇ ਨੂੰ ਪ੍ਰਾਪਤ ਕਰਨਾ, ਉਹ ਪੀਰਾਂ ਦਾ ਸਹਾਰਾ ਲੈਣਾ ਚਾਹੀਦਾ। ਪੀਰ ਕਿਹੜੇ? ਗੁਰੂ। ਇਹ ਉਹ ਪੀਰਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਜਿੱਥੇ ਵੀਰਵਾਰ ਜਾਂਦੇ। ਰਾਹੋ ਪੀਰਾਂ ਹੈ, ਰਾਹ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਦਾ ਕਰਨਾ ਨਾ ਪ੍ਰਾਪਤ, ਉਹ ਰੱਬ ਦੇ ਜਿਹੜੇ ਸੱਚੇ ਸੁੱਚੇ ਕਮਾਈ ਵਾਲੇ ਪੀਰ ਨੂੰ ਪਹੁੰਚੇ ਹੋਏ ਹੈ, ਉਹੀਓ ਰਾਹ ਹੈ ਰੱਬ ਦੇ ਪੀਰਾਂ ਰਾਹੀਂ। ਬੇਰਾਹੋ ਬੇਪੀਰਾ ਹੈ, ਜਿਹੜੇ ਗੁਰੂ ਪੀਰ ਤੋਂ ਬਿਨਾਂ ਬੇਮੁਖ ਹੈ, ਉਹ ਬੇਰਾਹੇ ਪਏ ਹੋਏ ਹੈ, ਜਿਸ ਰਾਹੇ ਰੱਬ ਦਾ ਨਾਂ ਨਹੀਂ ਹੈ। ਇਹ ਜਿਹੜੇ ਭਾਵ ਭਗਤੀ ਦੇ ਰਾਹ 'ਤੇ ਜਾਣਾ, ਤੇ ਉਹ ਗੁਰੂ ਪੀਰ ਦਾ ਸਹਾਰਾ ਲੈਣਾ ਪੈਂਦਾ ਹੈ। ਜੇ ਬੇਰਾਹ 'ਤੇ ਜਿਹੜਾ ਜਾਣਾ ਹੈ, ਉਹ ਬੇਪੀਰਾਂ ਹੈ। ਜਿਹੜੇ ਪੀਰਾਂ ਤੋਂ ਬਿਨਾਂ ਹੈ, ਭਾਵ ਗੁਰੂ ਤੋਂ ਬਿਨਾਂ ਬੇਮੁਖ ਲੋਕ ਹੈ, ਉਹਨਾਂ ਦਾ ਬੇਰਾਹ, ਨਗੁਰਿਆਂ ਵਾਲਾ ਰਾਹ ਹੈ, ਬੇਮੁਖਾਂ ਵਾਲਾ ਰਾਹ ਹੈ। ਤੇਗ ਮਰਦਾ ਹੈ, ਤੇਗ ਖੰਡਾ ਖੜਕਾਉਣਾ, ਸ੍ਰੀ ਸਾਹਿਬ ਦੇ ਨਾਲ ਲੜਨਾ ਮਰਦਾਂ ਦਾ ਕੰਮ ਹੈ। ਦੇਗ ਖਰਾਇਤ ਹੈ, ਲੰਗਰ ਚਲਾਉਣਾ ਸਭ ਤੋਂ ਵੱਡਾ ਦਾਨ ਹੈ। ਅਦਲ ਬਾਦਸ਼ਾਹ ਹੈ, ਜਾਂ ਤੇਗ ਮਰਦਾ ਹੈ, ਇਹ ਤੇਗ ਚਲਾਉਣਾ, ਸ੍ਰੀ ਸਾਹਿਬ ਚਲਾਉਣੀ, ਖੰਡਾ ਚਲਾਉਣਾ, ਇਹ ਉਹਨੂੰ ਮਰਦ ਕਿਹਾ ਜਾਂਦਾ ਹੈ। ਦੇਗ ਲੰਗਰ ਚਲਾਉਣੇ ਵੱਡਾ ਸਾਰਾ ਪੁੰਨ ਹੈ। ਪੁੰਨਾਂ ਦੇ ਅਰਥ ਵੱਡਾ, ਪੁੰਨਾਂ ਵਿੱਚੋਂ ਵੱਡਾ ਪੁੰਨ ਹੈ ਲੰਗਰ ਚਲਾਉਣਾ। ਅਦਲ ਬਾਦਸ਼ਾਹ ਹੈ, ਜਿਹੜਾ ਨਿਆਂ ਕਰਨਾ, ਇਹੀਓ ਬਾਦਸ਼ਾਹੀ ਦੀ ਬਾਦਸ਼ਾਹ ਦੀ ਬਾਦਸ਼ਾਹੀ ਹੈ। ਜੇ ਨਿਆਂ ਨਾ ਕਰੇ, ਕਾਹਦਾ ਬਾਦਸ਼ਾਹ ਤੇ ਕਸਾਈ ਇਕੱਠਾ ਹੋ ਗਿਆ, ਉਹ ਕਾਹਦੀ ਸਰਕਾਰ ਹੈ? ਜੇ ਇੱਥੇ ਨਿਆਂ ਨਹੀਂ ਕਰਦੀ ਤੇ ਉਹ ਸਰਕਾਰ ਨਹੀਂ ਹੈ, ਉਹਦੇ ਬੇਸਰਕਾਰ ਹੈ, ਉਹ ਨਿਆਂ ਹੀ ਨਹੀਂ ਜਿਹੜੀ ਕਰ ਰਹੀ। ਕਈ ਕੁਝ ਬਖੇੜੇ ਪਾਏ ਹੋਏ ਹੈ। ਅਦਲ ਨਿਆਂ ਕਰਨਾ, ਇਹੋ ਬਾਦਸ਼ਾਹ ਦੀ ਵੱਡੀ ਬਾਦਸ਼ਾਹੀ ਹੈ। ਏਤੇ ਟੋਲ ਜੇ ਜਾਣ ਜਣਾਵਾ, ਗੁਰੂ ਸਾਹਿਬ ਜੀ ਕਹਿੰਦੇ, ਹੇ ਰੁਕਣ ਦੇਣ ਪੀਰ, ਸਾਰੇ ਪੀਰੋ, ਇੰਨੇ ਜਿਹੜੇ ਆ ਤੁਹਾਨੂੰ ਪਦ ਪਦਾਰਥ ਦੱਸੇ ਹੈ ਨਾ ਗੁਣਾਂ ਵਾਲੇ, ਇਹਨਾਂ ਦੀ ਜਿਹੜਾ ਟੋਲ ਕਰਕੇ, ਭਾਲ ਕਰਕੇ ਇਹਨਾਂ ਨੂੰ ਧਾਰਨ ਕਰ ਲਏ, ਇਹਨਾਂ ਪਦਾਰਥਾਂ ਨੂੰ ਜਿਹੜਾ ਆਪ ਜਾਣੇ ਤੇ ਦੂਸਰਿਆਂ ਨੂੰ ਜਣਾਵੇ, ਦੂਸਰਿਆਂ ਨੂੰ ਵੀ ਧਾਰਨ ਕਰਾਵੇ ਤੇ ਆਪ ਵੀ ਧਾਰਨ ਕੀਤੇ ਹੋਣ। ਤਉ ਨਾਨਕ ਦਾਨ ਸੰਬੰਧ ਕਹਾਵਾ, ਤਾਂ ਤੇ ਮਹਾਰਾਜ ਕਹਿੰਦੇ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਤਾਂ ਤੇ ਉਹ ਪੁਰਸ਼ ਦਾਨ ਸੰਬੰਧ ਕਹੀਏ ਅਕਲਮੰਦੀ ਵਾਲਾ ਕਹਾ ਸਕਦਾ ਹੈ। ਉਹ ਅਕਲ ਵਾਲਾ ਹੈ, ਉਹ ਬੁੱਧੀ ਵਾਲਾ ਮਨੁੱਖ ਕਹਾ ਸਕਦਾ, ਜਾਂ ਉਹ ਦਾਨ ਸੰਬੰਧ ਅਕਲ ਵਾਲਾ ਆਪਣੇ ਨੂੰ ਕਹਾਵੇ, ਜਿਹਦੇ ਵਿੱਚ ਐਸੇ ਗੁਣ ਹੈਗੇ ਹੈ। ਇਹ ਹਾਜ਼ਰਨਾਮਾ ਰਾਹੀਂ ਸਤਿਗੁਰੂ ਜੀ ਨੇ ਸਮਝਾਇਆ ਹੈ ਸਾਨੂੰ ਵੀ। ਦੋਹਰਾ ਇਸ ਪ੍ਰਕਾਰ ਸੁਨ ਪੀਰ ਸਭ, ਇਸ ਤਰ੍ਹਾਂ ਸੁਣ ਕਰਕੇ ਪੀਰ ਸਾਰਿਆਂ ਨੇ ਬੰਦੇ ਪਦ ਅਰਬਿੰਦ, ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਮੱਥੇ ਟੇਕੇ ਵਾਰੀ ਵਾਰੀ ਨਾਲ। ਕਰਤ ਪ੍ਰਸ਼ੰਸਾ ਅਦਿਕ ਮੁਖੋਂ ਬਹੁਤ ਗੁਰੂ ਸਾਹਿਬ ਦੀ ਪ੍ਰਸ਼ੰਸਾ ਵਡਿਆਈ ਕਰਨ ਲੱਗੇ। ਭਰ ਕਾ ਹਿਰਦੈ ਆਨੰਦ, ਹਿਰਦੇ ਦੇ ਵਿੱਚ ਬਹੁਤ ਪ੍ਰੇਮ ਦਾ ਆਨੰਦ ਭਰ ਕੇ। ਸੋਰਠਾ ਸ੍ਰੀ ਗੁਰ ਗਿਰਾ ਲਾਏ, ਇਹ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਸੁਣ ਹੋ ਪੀਰ ਬਹਾਵਲੀ, ਇਹ ਬਹਾਵਲ ਪੀਰ ਜੀ ਤੁਸੀਂ ਵੀ ਸੁਣ ਲਓ। ਲੋਭ ਹਿਰਦੈ ਡਹਕਾਏ, ਇਹ ਜਿਹੜਾ ਧਨ ਦਾ ਲੋਭ ਲਾਲਚ, ਇਹ ਹਿਰਦੇ ਵਿੱਚ ਜਿਹੜਾ ਧਨ ਦਾ ਲੋਭ ਲਾਲਚ, ਇਹਨੇ ਭਰਮਾਇਆ ਸਭ ਨੂੰ। ਰਾਹ ਚਲਾਏ ਜਗਤ ਬਹੋ, ਜਿਸ ਲੋਭ ਨੇ ਹਿਰਦੇ ਨੂੰ ਭਰਮਾ ਕੇ ਤੇ ਸੰਸਾਰ ਵਿੱਚ ਬਹੁਤ ਹੀ ਰਾਹ ਚਲਾਏ ਹੋਏ। ਇੱਕ ਰਾਹ ਨਹੀਂ, ਕਈ ਰਾਹ ਚਲਾਏ ਹੋਏ। ਉਹ ਕਾਹਨੂੰ ਚਲਾਏ ਹੋਏ? ਵੱਖੋ ਵੱਖਰੇ ਆਪਣੇ ਇਹਨਾਂ ਸੰਪਰਦਾਵਾਂ ਜੋਗੀਆਂ ਦੀਆਂ, ਇਵੇਂ 12 ਪੰਥ
ਜਿਹੜੇ ਸੰਨਿਆਸੀਆਂ ਦੇ 10 ਜੰਗਮਾਂ ਦੇ ਵੱਖਰੇ, ਜੈਨੀਆਂ ਦੇ ਵੱਖਰੇ, ਵੱਖੋ ਵੱਖਰੇ ਲੋਭ ਦੇ ਲਾਲਚ ਵਿੱਚ ਹੀ ਰਾਹ ਚਲਾਏ ਹੋਏ ਆ। ਆ ਜਿਵੇਂ ਲੀਡਰ ਲੂਡਰ ਵੀ ਕਿੰਨੇ ਬਣੇ ਹੋਏ, ਰਾਹ ਵੱਖੋ ਵੱਖਰੇ ਚਲਾਏ ਹੋਏ ਆ। ਉਹ ਕਿਤੇ ਇਹ ਥੋੜ੍ਹੀ ਵੀ ਮੈਂ ਭਲਾ ਕਰੂੰਗਾ, ਬਸ ਠੱਗੀਆਂ ਠੋਰੀਆਂ ਵਾਸਤੇ ਵੀ ਇੱਥੇ ਮੈਂ ਕਿਤੇ ਖਲੋ ਜੂੰਗਾ ਅਤੇ ਚਲੋ ਮੇਰਾ ਘਰ ਭਰਦਾ ਰਹੇਗਾ। ਐਵੇਂ ਰਾਹ ਚਲਾਏ ਜਗਤ ਬਹੁਤ। ਧਨ ਦੇ ਜਿਹੜਾ ਹਿਰਦੇ ਵਿੱਚ ਧਨ ਦਾ ਲੋਭ ਹੈ, ਇਸ ਨੇ ਭਰਮਾਇਆ ਹੈ ਅਤੇ ਭਰਮਾ ਕੇ ਇਸ ਨੇ ਸੰਸਾਰ ਵਿੱਚ ਬਹੁਤੇ ਰਾਹ ਚਲਾਏ ਹੋਏ ਆ। ਵੱਖੋ ਵੱਖਰੇ ਰਾਹਾਂ 'ਤੇ ਪੈ ਪੈ ਕੇ ਅਤੇ ਉਹ ਆਪੋ ਆਪਣੇ ਕੰਮ ਕਰ ਰਹੇ ਹੈ। ਇਹ ਸਾਰਾ ਮਾਇਆ ਦਾ ਹੀ ਕਾਰਨ ਹੈ। ਬਹਾਵਲ ਪੀਰ ਜੀ, ਰੁਕਨਦੀਨ ਜੀ, ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿ ਰਹੇ, ਸਾਰਿਆਂ ਨੂੰ ਸਮਝਾ ਰਹੇ। ਅੱਗੇ ਜਿਹੜਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ, ਉੱਥੇ ਥੋੜ੍ਹਾ ਵਿੱਚ ਵਿਸਥਾਰ ਹੈ। ਵਿਸਥਾਰ ਨਾਲ ਹੀ ਉਹ ਮਾਰੇ ਕਿਰਪਾ ਕਰਨਗੇ ਤਾਂ ਆਪਾਂ ਕਰਾਂਗੇ। ਜਿਵੇਂ ਮਹਾਂਪੁਰਸ਼, ਸੰਪਰਦਾਇ ਮਹਾਂਪੁਰਸ਼, ਗਿਆਨੀ ਪੁਰਸ਼ ਗੁਰੂ ਘਰ ਦੇ ਇਹ ਹਾਜ਼ਰਨਾਮਾ ਬਾਣੀ ਦੇ ਜਾਂ ਟਕਸਾਲ ਦੇ ਵਿੱਚ ਜਿਵੇਂ ਸੰਪਰਦਾ ਦੇ ਮਹਾਂਪੁਰਸ਼ ਦੀ ਕਥਾ ਕਰਦੇ ਹੈ ਬਚਨਾਂ ਦੀ, ਉਸ ਦੇ ਮੁਤਾਬਕ ਜਿੰਨੀ ਕੁ ਸਮਝ ਪਈ ਹੈ ਉਹ ਆਪਾਂ ਰਲ ਮਿਲ ਕੇ ਇਤਿਹਾਸ ਪੜ੍ਹਿਆ ਹੈ। ਕਿਉਂਕਿ ਸ਼ਬਦ ਕੁਝ ਕਠਿਨ ਹਨ, ਜਿਹਦੇ ਵਿੱਚ ਅਰਬੀ ਫਾਰਸੀ ਦੇ ਸ਼ਬਦ ਥੋੜ੍ਹੇ ਆ ਜਾਂਦੇ, ਉਹਨਾਂ ਦੀ ਕਥਾ ਵਿਚਾਰ ਕਰਨੀ ਥੋੜ੍ਹੀ ਔਖੀ ਹੋ ਜਾਂਦੀ ਹੈ। ਮੁਕੰਮਲ ਤੌਰ 'ਤੇ ਗੁਰੂ ਸਾਹਿਬ ਜੀ ਦੇ ਐਸੇ ਬਚਨਾਂ ਦੀ ਸ਼ਬਦਾਂ ਦੀ ਕਥਾ ਕਰਨੀ ਬੜੀ ਔਖੀ ਗੱਲ ਹੈ। ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਕਥਾ ਕਰਨ ਦੀ ਜਾਚ ਆ ਜਾਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਨੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਇੱਥੇ ਸਮਾਪਤੀ ਹੈ ਜੀ। ਸ੍ਰੀ ਗੁਰ ਗਿਰਾ ਅਲਾਏ ਸੁਣ ਹੋ ਪੀਰ ਬਹਾਵਲੀ ਲੋਭ ਹਿਰਦੈ ਡਹਕਾਏ ਰਾਹ ਚਲਾਏ ਜਗਤ ਬਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।